ਚੌਪਈ। ਨਿਜ ਗੁਰ ਟਿਗ ਕਈਏ ਅਰਦਾਸਾ, ਦਿਜਨੇ ਆਏ ਤੁਮਰੇ ਪਾਸਾ। ਸੁਨ ਕੈ ਨੰਦ ਚੰਦ ਕਹਿ ਬਾਨੀ, ਧੀਰਜ ਧਰਿਏ ਤੁਮ ਗੁਣ ਖਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜੂਰ, ਜਹਰਾਂ ਜਹੂਰ, ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ 'ਚੋਂ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਸੰਧਿਆ ਵੇਲੇ ਦੇ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਸਤਿਗੁਰੂ ਜੀ ਦੀ ਅੰਮ੍ਰਿਤਮਈ ਕਲਿਆਣਕਾਰੀ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ। ਸਾਹਿਬੇ ਕਮਾਲ, ਪੰਥ ਦੇ ਵਾਲੇ, ਚਟਿਆਂ ਬਾਜਾਂ ਵਾਲੇ, ਸ਼ਮਸ਼ੇਰੇ ਬਹਾਦਰ, ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਰੀਬਨਵਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਲਗੀਧਰ ਸਵਾਮੀ ਸ੍ਰੀ ਆਨੰਦਪੁਰ ਸਾਹਿਬ ਆਏ ਹਨ। ਆਨੰਦਪੁਰ ਸਾਹਿਬ ਦੀ ਵਾਸੀ ਸੰਗਤ ਅੰਦਰ ਬੜਾ ਚਾਅ ਹੈ, ਉਤਸ਼ਾਹ ਹੈ। ਸਤਿਗੁਰਾਂ ਦੀ ਆਮਦ ਤੇ ਮਹਾਰਾਜ ਜੀ ਦਾ ਸਵਾਗਤ ਕੀਤਾ ਹੈ, ਫੁੱਲਾਂ ਦੀ ਵਰਖਾ ਕੀਤੀ ਹੈ। ਯਥਾ ਸ਼ਕਤ ਭੇਟਾਵਾਂ ਅਰਪਣ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕੀਤੇ ਹਨ ਔਰ ਸ੍ਰੀ ਆਨੰਦਪੁਰ ਸਾਹਿਬ ਦੇ ਘਰ ਘਰ ਵਿੱਚ ਦੀਪਮਾਲਾ ਕੀਤੀ ਗਈ ਹੈ। ਐਸਾ ਉਤਸ਼ਾਹ ਸਾਰੀ ਸੰਗਤ ਤੇ ਸਿੱਖਾਂ ਦੇ ਹਿਰਦਿਆਂ ਵਿੱਚ ਹੈ। ਕਲਗੀਧਰ ਜੀ ਦਾ ਜਲਾਲ, ਸਤਿਗੁਰਾਂ ਦਾ ਪ੍ਰਤਾਪ ਇਤਨਾ ਹੈ ਕਿ ਉਹ ਜੋ ਝੱਲਿਆ ਨਹੀਂ ਜਾਂਦਾ। ਕਿਹੜਾ ਝੱਲੇ ਗੁਰੂ ਦੀ ਝਾਲਾ, ਇਹੋ ਜਿਹਾ ਮਹਾਰਾਜ ਜੀ ਦਾ ਪ੍ਰਤਾਪ ਹੈ। ਸਾਰੇ ਸਿੱਖਾਂ ਦੇ ਸਤਿਗੁਰਾਂ ਅੱਗੇ ਸੀਸ ਝੁਕੇ ਹੋਏ ਨੇ। ਅਗਲਾ ਦਿਨ ਚੜਿਆ, ਸਤਿਗੁਰੂ ਜੀ ਨੇ ਇੱਕ ਵੱਡਾ ਯੱਗ ਕੀਤਾ, ਲੰਗਰ ਕੀਤਾ। ਸਾਰਿਆਂ ਮਹਾਂਪੁਰਸ਼ਾਂ ਗੁਰਸਿੱਖਾਂ ਨੂੰ, ਸੰਤਾਂ ਸਾਧੂਆਂ ਨੂੰ ਨਿਉਂਦਾ ਦਿੱਤਾ ਕਿ ਆ ਕੇ ਭੋਜਨ ਗ੍ਰਹਿਣ ਕਰੋ। ਸਭ ਨੇ ਭੋਜਨ ਛਕਿਆ। ਕੇਸ਼ੋਦਾਸ ਪੰਡਤ ਜਿਹੜਾ ਲੁਕ ਗਿਆ ਸੀ, ਪਹਿਲਾਂ ਟਿੱਲੇ ਤੋਂ ਦੌੜ ਕੇ ਥੱਲੇ ਆ ਗਿਆ ਸੀ, ਆਪਣਾ ਪਖੰਡ ਉਗੜਦਾ ਵੇਖ ਕੇ ਉਹਨੂੰ ਜਦੋਂ ਖਬਰ ਹੋਈ ਕਿ ਗੁਰੂ ਸਾਹਿਬ ਨੇ ਯੱਗ ਕੀਤਾ, ਮੈਨੂੰ ਨਹੀਂ ਬੁਲਾਇਆ, ਤੇ ਮਨ 'ਚ ਉਹਦੇ ਰੋਸ ਆਇਆ। ਕਲਗੀਧਰ ਸਵਾਮੀ ਜਾਣੀ ਜਾਣ ਅੰਤਰਯਾਮੀ ਜਾਣਦੇ ਸਨ। ਕੇਸ਼ੋਦਾਸ ਨੂੰ ਮੱਤ ਦੇਣੀ ਸੀ, ਅਕਲ ਦੇਣੀ ਸੀ। ਤੋ ਗੁਰਦੇਵ ਨੇ ਆਪਣੇ ਪਿਆਰੇ ਦੀਵਾਨ ਭਾਈ ਨੰਦ ਚੰਦ ਜੀ ਨੂੰ ਕੇਸ਼ੋਦਾਸ ਨੂੰ ਬੁਲਾਉਣ ਲਈ ਭੇਜਿਆ। ਦੀਵਾਨ ਜੀ ਗਏ, ਜਾ ਕਰਕੇ ਕੇਸ਼ੋਦਾਸ ਨੂੰ ਗੁਰੂ ਸਾਹਿਬ ਜੀ ਦਾ ਬਚਨ ਸੁਣਾਇਆ। ਪਰ ਕੇਸ਼ੋਦਾਸ ਦੇ ਮਨ ਵਿੱਚ ਖਿਜਿਆ ਹੋਇਆ ਸੀ, ਕਿਉਂਕਿ ਉਹਨੂੰ ਪਤਾ ਸੀ ਮੇਰੀ ਦਾਨ ਦਕਸ਼ਣਾ ਬੰਦ ਹੋ ਗਈ ਹੈ ਔਰ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਸਾਧੂਆਂ ਨੂੰ ਬੁਲਾ ਕੇ ਭੋਜਨ ਛਕਾ ਦਿੱਤਾ ਹੈ, ਇਹਦੇ ਵਿੱਚ ਮੇਰਾ ਸਤਿਕਾਰ ਘਟਿਆ। ਤਾਂ ਦੀਵਾਨ ਨੰਦ ਚੰਦ ਜੀ ਦੇ ਨਾਲ ਕੇਸ਼ੋਦਾਸ ਜੀ ਦੀ ਵਾਰਤਾਲਾਪ ਚੱਲ ਰਹੀ ਹੈ।
ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਦੇ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਨਿਜ ਗੁਰ ਟਿਗ ਕਈਏ ਅਰਦਾਸਾਂ। ਜਦੋਂ ਭਾਈ ਨੰਦ ਚੰਦ ਜੀ ਨੇ ਆਖਿਆ ਚਲੋ ਕੇਸ਼ੋਦਾਸ ਜੀ ਤੁਸੀਂ ਵੀ ਚੱਲ ਕੇ ਗੁਰੂ ਕੇ ਲੰਗਰਾਂ ਚੋਂ ਭੋਜਨ ਛਕ ਲਓ, ਤਾਂ ਉਸ ਵਕਤ ਕੇਸ਼ੋਦਾਸ ਨੇ ਜਵਾਬ ਦਿੱਤਾ, ਆਖਿਆ ਭਾਈ ਨੰਦ ਚੰਦ ਜੀ ਤੁਸੀਂ ਸਤਿਗੁਰੂ ਜੀ ਨੂੰ ਜਾ ਕੇ ਮੇਰੇ ਵੱਲੋਂ ਬੇਨਤੀ ਕਰ ਦਿਓ, ਮੇਰੇ ਵੱਲੋਂ ਜਾ ਕੇ ਗੁਰੂ ਪਾਤਸ਼ਾਹ ਨੂੰ ਅਰਦਾਸ ਕਰ ਦਿਓ। ਦਿਜਨੈ ਆਏ ਤੁਮਰੇ ਪਾਸਾ। ਪੰਡਤ ਕੇਸ਼ੋਦਾਸ ਨਹੀਂ ਆਉਂਦਾ ਆਪ ਜੀ ਦੇ ਕੋਲ, ਉਹ ਨਾਰਾਜ਼ ਹੈ, ਏਦਾਂ ਜਾ ਕੇ ਗੁਰੂ ਜੀ ਨੂੰ ਕਹਿ ਦਿਓ। ਸੁਨ ਕੈ ਨੰਦ ਚੰਦ ਕੈ ਬਾਣੀ। ਜਦੋਂ ਕੇਸ਼ੋਦਾਸ ਨੇ ਏਦਾਂ ਜਵਾਬ ਦਿੱਤਾ, ਸੁਣ ਕੇ ਦੀਵਾਨ ਭਾਈ ਨੰਦ ਚੰਦ ਜੀ ਧੀਰਜ ਤਰੀਏ ਤੁਮ ਗੁਣ ਖਾਨੀ। ਬੋਲੇ, ਕਹਿਣ ਲੱਗੇ ਪੰਡਤ ਜੀ ਧੀਰਜ ਰੱਖੀਦਾ, ਏਦਾਂ ਧੀਰਜ ਵਿਹਾਉਣੀਆਂ ਬਾਤਾਂ ਨਹੀਂ ਕਰੀਦੀਆਂ। ਤੁਸੀਂ ਲੋਕ ਵਿਦਵਾਨ ਲੋਕ ਹੋ, ਪੜ੍ਹੇ ਲਿਖੇ ਹੋ, ਤੁਹਾਡੇ ਅੰਦਰ ਧੀਰਜ ਹੋਣਾ ਚਾਹੀਦਾ ਹੈ। ਏਦਾਂ ਧੀਰਜ ਨੂੰ ਗਵਾ ਕੇ ਹੋਛਿਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ, ਆ ਹੋਛੇਪਨ ਦੀਆਂ ਬਾਤਾਂ ਨਹੀਂ ਕਰੀਦੀਆਂ। ਤਜੋ ਕੋਪ ਤਬ ਰਹੇ ਨ ਯਾਦੂ। ਸਤਿਗੁਰੂ ਜੀ ਸੁਭਾਵਕ ਭੁੱਲ ਗਏ ਸਨ, ਉਹਨਾਂ ਨੇ ਕਿਹਾ, ਤੇ ਤੁਹਾਨੂੰ ਯਾਦ ਨਹੀਂ ਕੀਤਾ, ਬੁਲਾਇਆ ਨਹੀਂ। ਇਹਦੇ ਵਿੱਚ ਗੁੱਸਾ ਕਰਨ ਦੀ ਤਾਂ ਤੁਹਾਨੂੰ ਲੋੜ ਨਹੀਂ, ਆਵਸ਼ਕਤਾ ਨਹੀਂ ਹੈ। ਗੁੱਸਾ ਤਾਂ ਤੁਸੀਂ ਤਾਂ ਕਰੋ ਜੇ ਤੁਹਾਨੂੰ ਜਾਣ ਬੁੱਝ ਕੇ ਨਾ ਬੁਲਾਇਆ ਹੋਵੇ। ਉਹ ਤਾਂ ਸੁਭਾਵਕ ਕਿਤੇ ਸਤਿਗੁਰੂ ਜੀ ਭੁੱਲ ਗਏ। ਇਹੋ ਜੀ ਇੱਥੇ ਸਤਿਗੁਰੂ ਜੀ ਭੁੱਲਣ ਤੋਂ ਭਾਵ ਐਸਾ ਨਹੀਂ ਕਿ ਗੁਰਦੇਵ ਭੁੱਲਣ ਵਿੱਚ ਹਨ। ਸਤਿਗੁਰੂ ਜੀ ਆ ਭੁੱਲ ਗੁਰੂ ਕਰਤਾਰ ਹਨ, ਪਰ ਵਿਵਹਾਰਕ ਤੌਰ ਤੇ ਜਿਵੇਂ ਸਮਾਜ ਦੇ ਵਿੱਚ ਵਿਚਰਦਿਆਂ ਉਸ ਪੱਖ ਦੇ ਨਾਲ ਇਹ ਬਾਤ ਹੋ ਰਹੀ ਹੈ। ਔਰ ਕਲਗੀਧਰ ਜੀ ਨੇ ਆਪ ਵੀ ਇਹ ਬਚਨ ਆਪਣੀ ਬਾਣੀ 'ਚ ਲਿਖੇ ਨੇ, ਗਇਓ ਯਾਦ ਤੇ ਭੂਲ ਨਾ ਕੋਪ ਚਿਤਾਰੋ। ਇਸ ਕਰਕੇ ਪੰਡਤ ਜੀ ਤੁਸੀਂ ਆਪਣੇ ਮਨ 'ਚ ਏਦਾਂ ਰੰਜ ਨਾ ਕਰੋ, ਗੁੱਸਾ ਨਾ ਕਰੋ। ਅਬ ਤੁਮ ਚੱਲ ਕੈ ਅਚੋ ਪ੍ਰਸਾਦੂ। ਪ੍ਰਸਾਦ ਗੁਰੂ ਕਾ ਵਰਤ ਰਿਹਾ, ਚੱਲ ਕੇ ਤੁਸੀਂ ਪ੍ਰਸਾਦ ਛਕੋ, ਭੋਜਨ ਛਕੋ। ਨਰ ਸਮਾਨ ਸਤਿਗੁਰ ਨ ਪਛਾਨੋ। ਸਤਿਗੁਰੂ ਜੀ ਨੂੰ ਤੂੰ ਸਧਾਰਨ ਵਿਅਕਤੀ ਨਾ ਸਮਝ ਕੇ ਉਹ ਇੱਕ ਸਧਾਰਨ ਨਰ ਹਨ। ਉਹ ਕੋਈ ਸਧਾਰਨ ਜਾਂ ਆਮ ਇਨਸਾਨ ਨਹੀਂ, ਏਦਾਂ ਨਾ ਸਮਝ ਜਿਵੇਂ ਕਹਿ ਦਿੰਦੇ ਆ ਜੀ ਗੁਰੂ ਸਾਹਿਬ ਤਾਂ ਆਮ ਹੀ ਇਨਸਾਨ ਸਨ। ਦੀਵਾਨ ਨੰਦ ਚੰਦ ਜੀ ਦੱਸ ਰਹੇ ਨੇ, ਕਹਿੰਦੇ ਸਤਿਗੁਰੂ ਜੀ ਕੋਈ ਆਮ ਇਨਸਾਨ ਨਹੀਂ ਹਨ ਕਿ ਤੂੰ ਉਹਨਾਂ ਨੂੰ ਇੱਕ ਸਧਾਰਨ ਵਿਅਕਤੀ ਸਮਝ ਰਿਹਾ ਹੈ। ਜਗਤ ਈਸ਼ ਅਵਤਾਰ ਪ੍ਰਮਾਨੋ। ਉਹ ਸਾਰੇ ਜਗਤ ਦੇ ਈਸ਼ਵਰ ਹਨ ਤੇ ਅਕਾਲ ਪੁਰਖ ਦਾ, ਨਿਰੰਕਾਰ ਦਾ, ਪਰਮੇਸ਼ਰ ਦਾ ਪ੍ਰਤੱਖ ਅਵਤਾਰ ਹਨ। ਤਿੰਨ ਸੰਗ ਰੂਸਨ ਕਿਮ ਬਨ ਆਵੇ। ਜੋ ਆਪ ਪਰਮੇਸ਼ਵਰ ਨੇ ਉਹਨਾਂ ਨਾਲ ਰੁੱਸਣਾ ਥੋੜੀ ਬਣਦਾ, ਪਰਮੇਸ਼ਰ ਨਾਲ ਥੋੜੀ ਰੁੱਸੀਦਾ। ਕੇਸ਼ੋਦਾਸ ਜੀ ਉਹ ਤਾਂ ਆਪ ਸਵੈੰਗ ਪਾਰ ਬ੍ਰਹਮ ਪਰਮੇਸ਼ਰ ਨੇ, ਉਹਨਾਂ ਦੇ ਨਾਲ ਤੈਨੂੰ ਨਹੀਂ ਰੁੱਸਣਾ ਚਾਹੀਦਾ। ਦਸ ਕਰੀਏ ਜਸ ਉਨ ਮਨ ਭਾਵੇ। ਉਸੇ ਤਰ੍ਹਾਂ ਕਰ ਜਿਵੇਂ ਉਹਨਾਂ ਦੇ ਮਨ ਨੂੰ ਭਾਉਂਦਾ ਹੈ, ਤੈਨੂੰ ਉਹਨਾਂ ਦੇ ਅਨੁਸਾਰ ਹੀ ਚੱਲਣਾ ਚਾਹੀਦਾ। ਤੂੰ ਇਹ ਨਾ ਸਮਝ ਕੇ ਸਤਿਗੁਰੂ ਜੀ ਤੇਰੇ ਅਨੁਸਾਰ ਹੀ ਚੱਲਣ, ਉਹ ਤਾਂ ਈਸ਼ਵਰ ਦਾ ਅਵਤਾਰ ਨੇ। ਤੈਨੂੰ ਚਾਹੀਦਾ ਕਿ ਤੂੰ ਉਹਨਾਂ ਦੇ ਅਨੁਸਾਰ ਹੀ ਹੋ ਕੇ ਚੱਲੇ। ਜਾਤ ਹੰਕਾਰ ਕਰੋ ਸਭ ਨਾਸ਼ੀ। ਤੇ ਜਿਹੜੀ ਤੁਹਾਡੇ ਹਿਰਦੇ ਵਿੱਚ ਆਪਣੇ ਬ੍ਰਾਹਮਣ ਹੋਣ ਦੀ ਜਾਤੀ ਦਾ ਹੰਕਾਰ ਹੈ ਕਿ ਮੈਂ ਬ੍ਰਾਹਮਣ ਹਾਂ, ਉੱਚੀ ਜਾਤੀ ਦਾ ਹਾਂ, ਆ ਜਿਹੜਾ ਹੰਕਾਰ ਹੈ ਆਪਣੀ ਉੱਚੀ ਜਾਤੀ ਦਾ, ਇਹ ਹੰਕਾਰ ਤੁਸੀਂ ਆਪਣੇ ਹਿਰਦੇ 'ਚ ਨਾ ਕਰੋ। ਜਾਤੀ ਅਭਿਮਾਨ
ਆਪਣੇ ਹਿਰਦੇ ਚੋਂ ਤਿਆਗ ਦਿਓ। ਉਠ ਕਰ ਗਮਨੋ ਹਰਖਤ ਪਾਸੀ। ਤੇ ਚਲੋ ਕੇਸ਼ੋਦਾਸ ਜੀ, ਉੱਠੋ ਮੇਰੇ ਨਾਲ, ਉੱਠ ਕੇ ਸਤਿਗੁਰਾਂ ਦੇ ਕੋਲ ਖੁਸ਼ੀ ਖੁਸ਼ੀ ਚੱਲੋ। ਸੁਨ ਬੋਲਿਓ ਤਿਜ ਇਮ ਨਾ ਉਚਰੀਏ। ਸੁਣ ਕੇ ਕੇਸ਼ੋਦਾਸ ਅੱਗੋਂ ਬੋਲਿਆ, ਕਹਿਣ ਲੱਗਾ, ਦੀਵਾਨ ਜੀ ਤੁਸੀਂ ਗੁਰੂ ਜੀ ਨੂੰ ਈਸ਼ਵਰ ਦਾ, ਪਰਮੇਸ਼ਵਰ ਦਾ ਅਵਤਾਰ ਦੱਸਦੇ ਹੋ, ਪਰਮੇਸ਼ਰ ਰੂਪ ਦੱਸਦੇ ਹੋ, ਏਦਾਂ ਤੁਸੀਂ ਕਿਉਂ ਕਹਿ ਰਹੇ ਹੋ, ਏਦਾਂ ਤੁਸੀਂ ਕਿਉਂ ਉਚਾਰਦੇ ਹੋ? ਨਿਜ ਗੁਰ ਬਾਕ ਵਿਚਾਰਨ ਕਰੀਏ। ਕਿ ਤੁਹਾਡੇ ਹੀ ਸਤਿਗੁਰੂ ਜੀ ਨੇ, ਕਲਗੀਧਰ ਜੀ ਨੇ ਬਚਨ ਕਹੇ ਨੇ, ਤੁਸੀਂ ਉਹਨਾਂ ਬਚਨਾਂ ਦੀ ਵਿਚਾਰ ਕਿਉਂ ਨਹੀਂ ਕਰਦੇ? ਕਿ ਗੁਰੂ ਜੀ ਨੇ ਜਿਹੜੇ ਬਚਨ ਕਹੇ ਨੇ, ਤੁਸੀਂ ਉਹਨਾਂ ਨੂੰ ਪਰਮੇਸ਼ਰ ਕਹਿ ਰਹੇ ਹੋ, ਪਰ ਗੁਰੂ ਜੀ ਜਿਹੜੇ ਬਚਨ ਕਹਿੰਦੇ ਹਨ, ਤੁਸੀਂ ਉਹਨਾਂ ਦੀ ਵਿਚਾਰ ਕਿਉਂ ਨਹੀਂ ਕਰਦੇ? ਦੋਸ਼ ਲਗੇ ਬੋਲ ਤੋ ਜੈਸੇ। ਗੁਰੂ ਜੀ ਨੇ ਤਾਂ ਕੁਝ ਹੋਰ ਕਿਹਾ ਆਪਣੇ ਬਚਨ ਉਚਾਰਨ ਕਰਕੇ। ਜੇ ਤੁਸੀਂ ਉਹਨਾਂ ਦੇ ਅਨੁਸਾਰੀ ਹੋ ਕੇ ਉਹਨਾਂ ਦੇ ਬਚਨਾਂ ਨੂੰ ਨਾ ਸਮਝਦਿਆਂ ਬੋਲੋਗੇ ਕਿ ਗੁਰੂ ਜੀ ਪਰਮੇਸ਼ਵਰ ਰੂਪ ਹਨ, ਤਾਂ ਫਿਰ ਤੁਹਾਡੇ ਤੇ ਦੋਸ਼ ਲੱਗੇਗਾ। ਕਲਗੀਧਰ ਬਰਨਿਓ ਨਿਜ ਐਸੇ। ਕਲਗੀਧਰ ਜੀ ਨੇ ਤੇ ਆ ਬਚਨ ਆਪਣੇ ਮੁਖੋਂ ਉਚਾਰਨ ਕੀਤੇ ਨੇ ਜਿਹੜੇ ਮੈਂ ਸੁਣੇ ਨੇ। ਕੇਸ਼ੋਦਾਸ ਬਚਿੱਤਰ ਨਾਟਕ ਦੇ ਪਾਵਨ ਬਚਨ ਜੋ ਕਲਗੀਧਰ ਜੀ ਨੇ ਉਚਾਰਨ ਕੀਤੇ ਨੇ, ਉਹ ਸੁਣਾ ਕੇ ਸੰਸਾ ਕਰ ਰਿਹਾ ਹੈ ਕਿ ਦੀਵਾਨ ਜੀ ਤੁਸੀਂ ਉਹਨਾਂ ਨੂੰ ਪਰਮੇਸ਼ਵਰ ਦੱਸਦੇ ਹੋ, ਤੇ ਗੁਰੂ ਸਾਹਿਬ ਤਾਂ ਕਹਿੰਦੇ ਸਾਨੂੰ ਪਰਮੇਸ਼ਰ ਆਖਣਾ ਨਹੀਂ। ਤੇ ਜੇ ਤੁਸੀਂ ਗੁਰੂ ਸਾਹਿਬ ਦੇ ਹੁਕਮ ਤੋਂ ਬਾਹਰ ਚੱਲ ਕੇ ਉਹਨਾਂ ਨੂੰ ਪਰਮੇਸ਼ਰ ਕਹੋਗੇ ਤਾਂ ਫਿਰ ਤੁਹਾਡੇ ਤੇ ਦੋਸ਼ ਲਾਗੂ ਹੋਵੇਗਾ। ਜੋ ਹਮਕੋ ਪਰਮੇਸ਼ਰ ਉਚਰ ਹੈ, ਤੇ ਸਭ ਨਰਕ ਕੁੰਡ ਮੈਂ ਪਰ ਹੈ। ਕਿਉਂਕਿ ਕਲਗੀਧਰ ਜੀ ਨੇ ਇਹ ਬਚਨ ਆਪਣੇ ਮੁਖੋਂ ਉਚਾਰਨ ਕੀਤੇ ਹਨ ਕਿ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ, ਉਚਾਰੇਗਾ, ਉਹ ਸਭ ਨਰਕ ਕੁੰਡ ਵਿੱਚ ਜਾਣਗੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਵੀ ਸਾਨੂੰ ਪਰਮੇਸ਼ਰ ਕਹੇਗਾ ਕੋਈ, ਤੇ ਨਰਕਾਂ ਦੇ ਕੁੰਡ 'ਚ ਜਾਏਗਾ। ਹਾਲਾਂਕਿ ਮਹਾਂਪੁਰਸ਼ ਨਾ ਪੰਕਤੀਆਂ ਦੇ ਅਰਥ ਹੋਰ ਤਰੀਕੇ ਨਾਲ ਵੀ ਕਰਦੇ ਨੇ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਪਰਮੇਸ਼ਰ ਕਹੇਗਾ ਉਹ ਨਰਕਾਂ 'ਚ ਜਾਏਗਾ। ਕਿਉਂਕਿ ਸਾਡੇ ਦੇਸ਼ ਵਿੱਚ ਇਹ ਵੀ ਪਿਰਤ ਰਹੀ ਹੈ ਕਿ ਲੋਕ ਆਪਣੇ ਆਪ ਨੂੰ ਹੀ ਰੱਬ ਕਹਿੰਦੇ ਵੀ ਮੈਂ ਹੀ ਰੱਬ ਹਾਂ, ਅਹੰ ਬ੍ਰਹਮਸਮੀ, ਮੈਂ ਹੀ ਪਰਮੇਸ਼ਰ ਹਾਂ। ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਕਹੇਗਾ, ਅੰਦਰੋਂ ਹੋਵੇ ਨਾ ਉਦਾਂ ਦਾ, ਬਾਹਰੋਂ ਜ਼ੁਬਾਨ ਤੋਂ ਹੀ ਕਹੀ ਜਾਵੇ ਵੀ ਮੈਂ ਪਰਮੇਸ਼ਰ ਹਾਂ, ਉਹ ਨਰਕਾਂ 'ਚ ਜਾਣਗੇ। ਏਦਾਂ ਵੀ ਪਰਮੇਸ਼ਰ ਕਹੇਗਾ ਉਹ ਨਰਕ ਕੁੰਡ ਵਿੱਚ ਜਾਏਗਾ। ਇਹ ਤੁਹਾਡੇ ਗੁਰੂ ਜੀ ਨੇ, ਕਲਗੀਧਰ ਜੀ ਨੇ ਬਚਨ ਕਹੇ ਹਨ। ਮੋਕੋ ਦਾਸ ਤਵਨ ਕਾ ਜਾਨੋ, ਯਾ ਮੈਂ ਭੇਦ ਨਾ ਰੰਚ ਪਛਾਨੋ। ਕਿਉਂਕਿ ਤੁਹਾਡੇ ਹੀ ਗੁਰੂ ਸਾਹਿਬ ਨੇ ਇਹ ਵੀ ਬਚਨ ਕਹੇ ਨੇ ਕਿ ਮੈਂ ਤਾਂ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਦਾਸ ਹਾਂ, ਮੈਨੂੰ ਉਸ ਅਕਾਲ ਪੁਰਖ ਜੀ ਦਾ ਦਾਸ ਜਾਣੋ, ਔਰ ਇਹਦੇ ਵਿੱਚ ਤੁਸੀਂ ਕਿਸੇ ਵੀ ਪ੍ਰਕਾਰ ਦਾ ਰੰਚਕ ਮਾਤਰ ਵੀ ਭੇਦ ਨਾ ਜਾਣੋ। ਮੈਂ ਉਸ ਅਕਾਲ ਪੁਰਖ ਪਰਮੇਸ਼ਰ ਦਾ ਦਾਸ ਹਾਂ, ਇਹ ਉਹਨਾਂ ਨੇ ਕਿਹਾ ਹੈ। ਇਕ ਤੋ ਤਿੰਨ ਮੁਖ ਕੋ ਪਰਮਾਨਾ। ਇਹ ਤਾਂ ਕਲਗੀਧਰ ਜੀ ਦੇ ਆਪਣੇ ਮੁਖਾਰ ਬਿੰਦ ਚੋਂ ਕਿਹਾ ਹੋਇਆ ਪ੍ਰਮਾਣ ਹੈ। ਤੇ ਨੰਦ ਚੰਦ ਜੀ ਤੁਸੀਂ ਬਿਲਕੁਲ ਹੀ ਉਹਦੇ ਤੋਂ ਉਲਟ ਚੱਲ ਰਹੇ ਹੋ। ਉਹ ਕਹਿੰਦੇ ਸਾਨੂੰ ਪਰਮੇਸ਼ਰ ਨਾ ਕਹੋ, ਤੁਸੀਂ ਕਹਿੰਦੇ ਹੋ ਗੁਰੂ ਜੀ ਪਰਮੇਸ਼ਰ ਨੇ। ਉਹ ਕਹਿੰਦੇ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਨਰਕਾਂ 'ਚ ਜਾਏਗਾ। ਫਿਰ ਇਹਦਾ ਮਤਲਬ ਤੁਹਾਡੇ ਤੇ ਦੋਸ਼ ਲੱਗੇਗਾ ਕਿ ਤੁਸੀਂ ਗੁਰੂ ਜੀ ਨੂੰ ਪਰਮੇਸ਼ਰ ਕਹਿੰਦੇ ਹੋ। ਤੇ ਇਹ ਗੁਰੂ ਸਾਹਿਬ ਜੀ ਦੇ ਮੁਖ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪ੍ਰਮਾਣ ਹੈ। ਦੂਜੇ ਔਰ ਸੁਨੋ ਦੇ ਕਾਨਾ। ਦੂਜੀ ਗੱਲ ਇੱਕ ਹੋਰ ਸੁਣੋ ਜੋ ਮੈਨੂੰ ਪਤਾ ਲੱਗੀ ਹੈ। ਜਬ ਪ੍ਰਗਟੀ ਚੰਡੀ ਖਲ ਖੰਡਾ। ਜਦੋਂ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋਈ, ਜਿਸ ਵੇਲੇ ਉਹਨੇ ਪ੍ਰਚੰਡ ਰੂਪ ਹੋ ਕੇ
ਕਲਗੀਧਰ ਜੀ ਨੂੰ ਦਰਸ਼ਨ ਦਿੱਤੇ। ਏਕ ਪਿਆਨ ਚਕਿਤ ਨਵ ਖੰਡਾ। ਉਹ ਜਿਹੜਾ ਸਰੂਪ ਸੀ ਬੜਾ ਵਿਕਰਾਲ ਰੂਪ ਸੀ, ਯਾਨੀ ਕਿ ਭਿਆਨ ਰੂਪ ਸੀ, ਔਰ ਉਹ ਸਾਰੇ 9 ਦੇ 9 ਖੰਡ ਚਕਰਿਤ ਹੋ ਗਏ ਸਨ। ਤਬ ਧੀਰਜ ਉਰ ਰਿਓ ਨ ਕੋਈ। ਤੇ ਮੈਨੂੰ ਪਤਾ ਲੱਗਾ ਕਿ ਮੈਂ ਤਾਂ ਉੱਥੇ ਨਹੀਂ ਸੀ, ਪਰ ਮੈਨੂੰ ਇਹ ਪਤਾ ਲੱਗਾ ਕਿ ਕਲਗੀਧਰ ਜੀ ਨੇ ਉਹ ਜਿਹੜਾ ਸਵਰੂਪ ਵੇਖਿਆ, ਉਸ ਸਵਰੂਪ ਨੂੰ ਵੇਖ ਕੇ, ਪ੍ਰਮਾਤਮਾ ਦੇ ਉਸ ਸ਼ਕਤੀ ਦੇ ਸਵਰੂਪ ਨੂੰ ਵੇਖ ਕੇ ਆਪਣਾ ਧੀਰਜ ਛੱਡ ਦਿੱਤਾ। ਕਿਉਂਕਿ ਆਮ ਕਰਕੇ ਸਮਾਜ ਦੇ ਵਿੱਚ ਕਈ ਵਾਰ ਇਹੋ ਜਿਹੀਆਂ ਅਣਹੋਈਆਂ ਬਾਤਾਂ ਫੈਲ ਜਾਂਦੀਆਂ ਨੇ ਜਿਹੜੀਆਂ ਹੁੰਦੀਆਂ ਨਹੀਂ, ਪਰ ਲੋਕ ਉਕਤੀਆਂ ਦੇ ਵਿੱਚ ਆਪਣੇ ਆਪ ਹੀ ਜ਼ਾਹਰ ਹੋ ਜਾਂਦੀਆਂ ਨੇ। ਸਾਡੇ ਵੇਖਦਿਆਂ ਵੀ ਕਦੇ ਕਈ ਵਾਰੀ ਸਾਡੇ ਸਬੰਧ ਦੇ ਵਿੱਚ ਵੀ ਕਈ ਗੱਲਾਂ ਉਦਾਂ ਹੀ ਇਹੋ ਜਿਹੀਆਂ ਫੈਲ ਜਾਂਦੀਆਂ ਨੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ। ਲੋਕ ਉਕਤੀਆਂ ਵਿੱਚ ਲੋਕ ਆਪਣੇ ਆਪ ਹੀ ਕਿਆਸਰਾਈਆਂ ਲਾ ਲੈਂਦੇ ਆ, ਆਪਣੇ ਆਪ ਹੀ ਅੰਦਾਜ਼ੇ ਲਾ ਲੈਂਦੇ ਆ। ਕੇਸ਼ੋਦਾਸ ਦੇ ਕੋਲ ਵੀ ਕਿਸੇ ਨੇ ਇਦਾਂ ਦੀ ਗੱਲ ਪਹੁੰਚਾਈ ਹੈ। ਉਹ ਵੀ ਕਹਿ ਰਿਹਾ, ਕਹਿੰਦਾ ਮੈਨੂੰ ਇਦਾਂ ਪਤਾ ਲੱਗਾ ਕਿ ਜਦੋਂ ਉਹ ਸ਼ਕਤੀ ਪ੍ਰਗਟ ਹੋਈ ਬੜੇ ਭਿਆਨ ਰੂਪ ਵਿੱਚ, ਉਹਦਾ ਬੜਾ ਤੇਜ ਸੀ, ਤੇ ਗੁਰੂ ਸਾਹਿਬ ਜੀ ਕੋਲੋਂ ਤੇਜ ਚੱਲਿਆ ਨਹੀਂ ਗਿਆ। ਮੈਂ ਸੁਣਿਆ ਇਦਾਂ ਬੋਲਿਆ ਕੇਸ਼ੋਦਾਸ, ਦੇਖਤ ਨੈਣ ਮੂੰਦ ਲੀਏ ਦੋਈ। ਤੇ ਉਹ ਜਿਹੜਾ ਪ੍ਰਕਾਸ਼ ਸੀ ਅਕਾਲ ਪੁਰਖ ਦਾ ਜੋ ਉਹਨਾਂ ਨੂੰ ਦਿਸਿਆ, ਉਹਨੂੰ ਵੇਖ ਕੇ ਗੁਰੂ ਜੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸੀ, ਉਹਨਾਂ ਕੋਲੋਂ ਵੇਖਿਆ ਨਹੀਂ ਗਿਆ। ਕੀ ਇਹ ਸੱਚ ਹੈ? ਪੁੱਛਦਾ ਕੇਸ਼ੋਦਾਸ ਦੀਵਾਨ ਆਨੰਦ ਚੰਦ ਨੂੰ। ਜੇ ਅਵਤਾਰ ਹੋਤੇ ਤਿਸ ਕਾਲਾ। ਗੁਰੂ ਜੀ ਨੂੰ ਪਰਮੇਸ਼ਰ ਦਾ ਅਵਤਾਰ ਕਹਿੰਦੇ ਹੋ, ਜੇ ਉਹ ਅਵਤਾਰ ਹੁੰਦੇ ਧੀਰਜ ਧਾਰਤ ਹਿਰਦੇ ਬਿਸਾਲਾ। ਧੀਰਜ ਧਾਰ ਕੇ ਉਸ ਪ੍ਰਕਾਸ਼ ਨੂੰ ਆਪਣੀਆਂ ਅੱਖਾਂ ਨਾਲ ਵੇਖਦੇ, ਜਾਂ ਤੇ ਮੋਏ ਪ੍ਰਤੀਤ ਨ ਆਵੇ। ਕਰਕੇ ਆਨੰਦ ਚੰਦ ਜੀ ਇਸ ਗੱਲ ਦੀ ਮੇਰੇ ਮਨ 'ਚ ਪ੍ਰਤੀਤ ਨਹੀਂ ਆਉਂਦੀ ਕਿ ਤੁਸੀਂ ਉਹਨਾਂ ਨੂੰ ਪਰਮੇਸ਼ਰ ਦਾ ਅਵਤਾਰ ਕਹਿੰਦੇ ਹੋ। ਮੇਰੇ ਮਨ ਵਿੱਚ ਇਸ ਗੱਲ ਦਾ ਯਕੀਨ ਨਹੀਂ ਆਉਂਦਾ। ਤੂੰ ਸਭ ਜਾਣੇ ਬਿਨਾ ਅਲਾਵੇ। ਆਨੰਦ ਚੰਦ ਜੀ ਤੁਸੀਂ ਜਾਣੇ ਬਿਨਾ ਹੀ ਇਹ ਸਭ ਕੁਝ ਕਹਿ ਰਹੇ ਹੋ, ਬੋਲ ਰਹੇ ਹੋ। ਆਨੰਦ ਚੰਦ ਤਬ ਬਾਗ ਬਖਾਨਾ। ਕੇਸ਼ੋਦਾਸ ਨੇ ਸੰਸਾ ਕੀਤਾ। ਹੁਣ ਸਿੱਖ ਦਾ ਕਰਤੱਵ ਹੁੰਦਾ ਵੀ ਜਦੋਂ ਕੋਈ ਅਨਮਤੀਆ ਸੰਸਾ ਕਰੇ ਤਾਂ ਉਸ ਦੇ ਸੰਸੇ ਦੀ ਨਿਰਵਿਰਤੀ ਕਰਨੀ। ਜਦੋਂ ਕੋਈ ਅਨਮਤੀਆ ਸੰਸਾ ਕਰੇ ਉਹਦਾ ਸੰਸਾ ਨਿਵਾਰਨਾ ਚਾਹੀਦਾ ਨਾ। ਸਾਡੇ ਗੁਰੂ ਪਾਤਸ਼ਾਹ ਤੇ ਸੰਸਾ ਕੀਤਾ ਉਸ ਵੇਲੇ ਦਾ ਪ੍ਰਸਿੱਧ ਪੰਡਤ ਹੈ ਕੇਸ਼ੋਦਾਸ। ਤੋ ਦੀਵਾਨ ਆਨੰਦ ਚੰਦ ਜੀ ਉਹਦਾ ਸੰਸਾ ਨਿਵਾਰਦੇ ਨੇ। ਕਹਿਣ ਲੱਗੇ ਕੇਸ਼ੋਦਾਸ ਸੁਣ ਧਿਆਨ ਦੇ ਕੇ, ਜਿਹੜੀਆਂ ਗੱਲਾਂ ਤੂੰ ਕਹਿ ਰਿਹਾ ਤੂੰ ਅਣਜਾਣ ਹੈ, ਮੈਂ ਜਾਣਦਾ ਹਾਂ ਗੁਰੂ ਜੀ ਕੌਣ ਹਨ, ਪਰਮੇਸ਼ਵਰ ਹਨ, ਪਰ ਤੂੰ ਅਣਜਾਣ ਹੈ, ਉਹਨਾਂ ਦੇ ਭੇਦ ਨੂੰ ਤੂੰ ਨਹੀਂ ਸਮਝਦਾ। ਸੁਨੋ ਬਿਪਰ ਤੁਮ ਭੇਵ ਨ ਜਾਣਾ। ਪੰਡਤ ਜੀ ਤੁਸੀਂ ਗੁਰੂ ਸਾਹਿਬ ਦਾ ਭੇਦ ਨਹੀਂ ਜਾਣਦੇ, ਤੁਸੀਂ ਤਾਂ ਉੱਥੋਂ ਭਗੌੜੇ ਹੋ ਗਏ ਸੀ। ਜਦੋਂ ਚੰਡ ਸ਼ਕਤੀ ਨੇ ਪ੍ਰਗਟ ਹੋਣਾ ਸੀ, ਚੰਡੀ ਨੇ ਪ੍ਰਗਟ ਹੋਣਾ ਸੀ, ਤੁਸੀਂ ਤਾਂ ਪਹਿਲਾਂ ਹੀ ਕਿਤੇ ਦੌੜ ਭੱਜ ਗਏ ਸੀ। ਤੁਸੀਂ ਕਿੱਥੇ ਸੀ ਉਦੋਂ? ਤੁਸੀਂ ਗੁਰੂ ਸਾਹਿਬ ਜੀ ਦੇ ਭੇਦ ਨੂੰ ਨਹੀਂ ਪਛਾਣਦੇ, ਨਹੀਂ ਜਾਣਦੇ। ਤਿਸਈ ਤੇ ਸੰਸਾ ਉਰ ਤੋਰੇ। ਗੁਰੂ ਸਾਹਿਬ ਦਾ ਭੇਦ ਨਾ ਜਾਣਨ ਕਰਕੇ ਤੇਰੇ ਮਨ 'ਚ ਸੰਸਾ ਆਇਆ, ਤੇਰੇ ਮਨ ਦੇ ਵਿੱਚ ਸੰਦੇਹ ਆਇਆ ਹੈ। ਨਿਰਨੈ ਕਰ ਗੁਨੀਏ ਬਚ ਮੋਰੇ। ਸੁਣ ਹੁਣ ਧਿਆਨ ਨਾਲ, ਮੈਂ ਤੇਰਾ ਸੰਸਾ ਦੂਰ ਕਰਦਾ। ਜੋ ਗੱਲਾਂ ਮੈਂ ਤੈਨੂੰ ਕਹਿਣ ਲੱਗਾ ਕੇਸ਼ੋਦਾਸ, ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਇਹਦਾ ਨਿਰਣਾ ਕਰੀ। ਗੁਰੂ ਭਗਤ ਬੱਪ ਭੇ ਅਵਤਾਰਾ। ਕਲਗੀਧਰ ਜੀ ਪਰਮੇਸ਼ਰ ਨੇ ਇਹਦੇ 'ਚ ਕੋਈ ਦੋ ਰਾਏ ਨਹੀਂ। ਸਿੱਖ ਦੀ ਇਹੀ ਆਸਥਾ, ਇਹੀ ਨਿਸ਼ਚੈ। ਪਰ ਕਲਗੀਧਰ ਜੀ ਨੇ ਅਕਾਲ ਪੁਰਖ ਦੇ ਰੂਪ ਦੇ ਵਿੱਚੋਂ ਕਲਗੀਧਰ ਦਾ ਰੂਪ ਭਗਤ ਰੂਪ ਹੋ ਕੇ ਆਪਣਾ ਸਰੀਰ ਧਾਰਨ ਕੀਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਨੇ ਹੀ ਆਪਣੀ ਭਗਤੀ ਕਰਨ ਲਈ ਭਗਤ ਰੂਪ ਕਲਗੀਧਰ ਦੇ ਰੂਪ ਦੇ ਵਿੱਚ ਧਾਰਨ ਕੀਤਾ। ਭਗਤ ਰੂਪ ਆਪਣਾ ਤਨ ਧਾਰਿਆ, ਭਗਤੀ ਦਾ ਰੂਪ ਹੋ ਕੇ ਉਹ ਸੰਸਾਰ ਦੇ ਵਿੱਚ ਪ੍ਰਗਟ ਹੋਏ ਨੇ। ਹੈਣ ਪਰਮੇਸ਼ਰ ਹੀ, ਪਰ ਪਰਮੇਸ਼ਰ ਦੀ ਇੱਛਾ ਹੋਈ ਵੀ ਮੈਂ ਆਪਣਾ ਭਗਤ ਰੂਪ ਆਪਣਾ ਸੰਸਾਰ 'ਚ ਪ੍ਰਗਟ ਕਰਾਂ,
ਤੇ ਉਹ ਭਗਤ ਬਣ ਕੇ ਕਲਗੀਧਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ। ਪੂਰਬ ਰੂਪਨ ਕਰੇ ਉਚਾਰਾ। ਤੈਨੂੰ ਹੁਣ ਜਿਹੜੇ ਪਹਿਲਾ ਰੂਪ ਨੇ ਉਹਨਾਂ ਬਾਰੇ ਵਿਚਾਰ ਕਰਕੇ ਦੱਸਦੇ ਹਾਂ। ਜਿਉ ਸਵਾਂਗੀ ਜਗ ਸਵਾਂਗ ਬਣਾਵੇ। ਜਿਵੇਂ ਕੋਈ ਸਵਾਂਗੀ ਸਵਾਂਗ ਬਣਾਉਂਦਾ, ਮੰਨ ਲਓ ਕਿਸੇ ਸਵਾਂਗੀ ਨੇ ਕੋਈ ਰੂਪ ਬਣਾ ਲਿਆ ਹੋਰ, ਕੀ ਉਹਦਾ ਉਹੀ ਰੂਪ ਹੁੰਦਾ? ਵੀ ਜਿਹੋ ਜਿਹਾ ਉਹਨੇ ਰੂਪ ਬਣਾਇਆ, ਬਾਜੀਗਰ ਨੇ ਜਾਂ ਸਵਾਂਗੀ ਨੇ ਸਵਾਂਗ ਰਚ ਲਿਆ, ਨਕਲੀ ਦਾੜੀ ਲਾ ਲਈ, ਨਕਲੀ ਮੁੱਛਾਂ, ਉਹ ਤਾਂ ਨਹੀਂ ਉਹਦਾ ਰੂਪ ਹੁੰਦਾ। ਉਹ ਤਾਂ ਉਹਨੇ ਵਿਖਾਣ ਵਾਸਤੇ ਬਣਾਇਆ, ਅਸਲ ਰੂਪ ਤਾਂ ਉਹਦਾ ਹੋਰ ਹੈ ਨਾ। ਇਸੇ ਤਰ੍ਹਾਂ ਕਲਗੀਧਰ ਜੀ ਨੇ ਜਿਹੜਾ ਭਗਤ ਰੂਪ ਹੋ ਕੇ ਤਨ ਧਾਰਿਆ, ਇੱਕ ਸਵਾਂਗ ਹੀ ਹੈ ਉਹਨਾਂ ਦਾ ਬਾਹਰ ਦਾ। ਅਸਲ ਵਿੱਚ ਅੰਤਰੀਵੀ ਰੂਪ ਵਿੱਚ ਤਾਂ ਉਹ ਆਪ ਸਵੈੰਗ ਪਾਰ ਬ੍ਰਹਮ ਪਰਮੇਸ਼ਵਰ ਹਨ। ਹਾਂਜੀ, ਤਸ ਕਿਰਿਆ ਕਰ ਤਥਾ ਅਲਾਵੇ। ਜਿਸ ਤਰ੍ਹਾਂ ਦਾ ਕਿਸੇ ਨੇ ਸਵਾਂਗ ਰੱਖਿਆ ਹੋਵੇ, ਬਣਾਇਆ ਹੋਵੇ, ਉਹ ਉਸੇ ਤਰ੍ਹਾਂ ਦੀ ਕਿਰਿਆ ਕਰਦਾ। ਇਦਾਂ ਹੀ ਹੁੰਦਾ ਨਾ। ਮੰਨ ਲਓ ਕਿਸੇ ਨੇ ਕਿਸੇ ਤਰ੍ਹਾਂ ਦਾ ਕੁਝ, ਕਈ ਵਾਰੀ ਮਰਦ ਇਸਤਰੀ ਦਾ ਰੂਪ ਬਣਾ ਲੈਂਦਾ, ਉਹ ਇਸਤਰੀ ਵਾਂਗੂ ਕੰਨਾਂ ਦੇ ਵਿੱਚ ਵਾਲੀਆਂ ਪਾ ਕੇ, ਇਸਤਰੀ ਵਾਂਗੂ ਹਾਰ ਸ਼ਿੰਗਾਰ ਕਰਕੇ, ਉਹ ਫਿਰ ਆਵਾਜ਼ ਵੀ ਇਸਤਰੀ ਵਾਂਗੂ ਕੱਢਦਾ, ਫਿਰ ਉਹ ਇਸਤਰੀ ਤਾਂ ਨਹੀਂ ਹੁੰਦਾ। ਪਰ ਉਹਨੇ ਜਿੱਦਾਂ ਦਾ ਸਵਾਂਗ ਬਣਾਇਆ ਉਦਾਂ ਦੀ ਉਹ ਕਿਰਿਆ ਕਰਦਾ ਹੈ। ਸ਼ੂਕਰ ਰੂਪ ਤਰਾ ਗੁਣ ਖਾਨੀ। ਹੁਣ ਕਹਿੰਦੇ ਵਿਸ਼ਨੂੰ ਜੀ ਨੇ ਬਰਾ ਦਾ ਰੂਪ ਧਾਰਨ ਕੀਤਾ, ਜਿਹਨੂੰ ਸ਼ੂਕਰ ਦਾ ਰੂਪ ਕਹਿੰਦੇ। ਵੀ ਸੂਰ ਦਾ, ਇਹ ਬਰਾ ਨਾਮ ਸੂਰ ਦਾ ਹੁੰਦਾ, ਵੀ ਸੂਰ ਦਾ ਅਵਤਾਰ ਧਾਰਨ ਕੀਤਾ। ਤੇ ਇਹਦਾ ਮਤਲਬ ਕੀ ਹੋ ਗਿਆ? ਵੀ ਵਿਸ਼ਨੂੰ ਸੂਰ ਬਣ ਗਿਆ? ਐਸਾ ਤਾਂ ਨਹੀਂ ਹੋਇਆ। ਉਹ ਕੇਵਲ ਬਾਹਰਲਾ ਸਰੂਪ ਉਹਨੇ ਸੂਰ ਵਰਗਾ ਧਾਰਨ ਕੀਤਾ, ਆਪਣੀ ਹੁੱਡ ਦੇ ਉੱਤੇ ਧਰਤੀ ਨੂੰ ਉੱਪਰ ਚੁੱਕ ਕੇ ਲੈ ਕੇ ਆਏ। ਪੁਰਾਣਕ ਕਥਾ ਹੈ। ਭਾਈ ਨੰਦ ਚੰਦ ਜੀ ਪੰਡਤ ਜਿਨ੍ਹਾਂ ਪੁਰਾਣਾ ਦਾ ਵੇਦਤਾ ਹੈ, ਜਿਨ੍ਹਾਂ ਪੁਰਾਣਾ ਨੂੰ ਉਹਨੇ ਪੜ੍ਹਿਆ ਹੋਇਆ, ਉਹਦੇ ਹੀ ਪ੍ਰਮਾਣ ਲੈ ਕੇ ਉਹਨੂੰ ਸਮਝਾਉਂਦੇ ਆ ਜੋ ਉਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ। ਇਹਨੂੰ ਕਹਿੰਦੇ ਨੇ ਉਸ਼ਟ ਲੱਕੜ ਨਿਆਏ। ਉਸ਼ਟ ਲੱਕੜ ਨਿਆਏ ਵੀ ਉਹਨਾਂ ਦੇ ਜਿਹੜੇ ਲਿਖੇ ਹੋਏ ਧਰਮ ਗ੍ਰੰਥ ਨੇ, ਉਹਨਾਂ ਦੀਆਂ ਹੀ ਉਦਾਹਰਨਾਂ ਦੇ ਕੇ ਉਹਨਾਂ ਨੂੰ ਸਮਝਾਉਣਾ ਵੀ ਆਹ ਵੇਖੋ ਤੁਹਾਡੇ ਗ੍ਰੰਥਾਂ ਵਿੱਚ ਆਹ ਲਿਖਿਆ ਹੋਇਆ। ਮਹਾਰਾਜ ਦੀਵਾਨ ਆਨੰਦ ਚੰਦ ਜੀ ਕਹਿ ਰਹੇ ਨੇ, ਕਹਿਣ ਲੱਗੇ ਪੰਡਤ ਜੀ ਇਹ ਦੱਸੋ, ਕਹਿੰਦੇ ਵਿਸ਼ਨੂੰ ਨੇ ਬਰਾ ਰੂਪ ਧਾਰਨ ਕੀਤਾ, ਸ਼ੂਕਰ ਦਾ, ਸੂਰ ਦਾ, ਤੇ ਹੁਣ ਸ਼ੂਕਰ ਦਾ ਰੂਪ ਲੈ ਕੇ ਸੂਰ ਤਾਂ ਨਹੀਂ ਹੋ ਗਏ, ਰਹੇ ਤਾਂ ਵਿਸ਼ਨੂੰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਉਹ ਜਦੋਂ ਸੂਰ ਦਾ ਰੂਪ ਧਾਰਨ ਕੀਤਾ, ਉਹ ਸੂਰ ਘੁਰ-ਘੁਰ ਵੀ ਕਰਦਾ ਸੀ, ਸੂਰ ਵਾਂਗੂ ਉਹ ਘੁਰ-ਘੁਰ ਕਰਦਾ ਫਿਰਦਾ ਸੀ। ਹੁਣ ਉਹ ਜੋ ਘੁਰ-ਘੁਰ ਕਰਦਾ ਸੀ, ਕੀ ਉਹੀ ਵਿਸ਼ਨੂੰ ਦੀ ਬਾਣੀ ਹੈ? ਨਹੀਂ ਨਾ। ਉਹ ਕੇਵਲ ਸੂਰ ਦਾ ਰੂਪ ਧਾਰਨ ਕਰਨ ਕਰਕੇ ਉਹ ਕਿਰਿਆ ਵੀ ਸੂਰ ਵਾਲੀ ਕਰ ਰਿਹਾ ਸੀ। ਜਿਵੇਂ ਸੂਰ ਘੁਰ-ਘੁਰ ਕਰਦਾ, ਏਦਾਂ ਉਹ ਵੀ ਕਰ ਰਹੇ ਸਨ। ਘੁਰ-ਘੁਰ ਸ਼ਬਦ ਕਿਰਿਆ ਇਸ ਠਾਨੀ। ਹੁਣ ਸੂਰ ਦਾ ਅਵਤਾਰ ਧਾਰਨ ਕਰਕੇ, ਬਰਾ ਅਵਤਾਰ ਧਾਰਨ ਕਰਕੇ ਵਿਸ਼ਨੂੰ ਜੀ ਨੇ ਉਹ ਘੁਰ-ਘੁਰ ਕੀਤਾ ਸੂਰ ਦੀ, ਕਿਉਂਕਿ ਸਰੀਰ ਸੂਰ ਵਾਲਾ ਸੀ, ਕਿਰਿਆ ਵੀ ਉਦਾਂ ਦੀ ਕੀਤੀ। ਇਹਦਾ ਮਤਲਬ ਇਹ ਨਹੀਂ ਹੋ ਗਿਆ ਕਿ ਵਿਸ਼ਨੂੰ ਜੀ ਸੂਰ ਬਣ ਗਏ। ਉਹ ਸੂਰ ਦਾ ਅਵਤਾਰ ਧਾਰਨ ਕਰਕੇ ਵੀ ਤਾਂ ਵਿਸ਼ਨੂੰ ਰਹੇ ਨਾ। ਇਸੇ ਤਰ੍ਹਾਂ ਕਲਗੀਧਰ ਜੀ ਨੇ ਭਗਤ ਰੂਪ ਹੋ ਕੇ ਆਪਣਾ ਤਨ ਧਾਰਿਆ, ਤੇ ਜਦੋਂ ਕੋਈ ਭਗਤ ਬਣ ਕੇ ਆਉਂਦਾ, ਉਹ ਇਹ ਤਾਂ ਨਹੀਂ ਕਹਿੰਦਾ ਵੀ ਮੈਂ ਰੱਬ ਹਾਂ, ਮੈਂ ਪਰਮੇਸ਼ਰ ਹਾਂ। ਉਹ ਕਹਿੰਦਾ ਮੈਂ ਰੱਬ ਦਾ ਦਾਸ ਹਾਂ। ਤੇ ਜੇ ਉਹ ਰੱਬ ਦਾ ਦਾਸ ਵੀ ਕਹਿੰਦੇ ਨੇ ਆਪਣੇ ਆਪ ਨੂੰ ਪਰਮੇਸ਼ਰ ਦਾ, ਤੇ ਇਹਦਾ ਮਤਲਬ ਇਹ ਨਹੀਂ ਹੋ ਗਿਆ ਕਿ ਉਹ ਪਰਮੇਸ਼ਰ ਨਹੀਂ ਹਨ। ਉਹ ਭਗਤ ਰੂਪ ਹੋ ਕੇ ਵੀ ਪਰਮੇਸ਼ਰ ਨੇ। ਜਿਵੇਂ ਵਿਸ਼ਨੂੰ ਸੂਰ ਦਾ ਅਵਤਾਰ ਧਾਰ ਕੇ ਵੀ ਵਿਸ਼ਨੂੰ ਹੈ ਨਾ, ਉਹ ਸੂਰ ਤਾਂ ਨਹੀਂ ਬਣ ਗਿਆ। ਇਸੇ ਤਰ੍ਹਾਂ ਪਰਮੇਸ਼ਰ ਨੇ ਭਗਤ ਦਾ ਰੂਪ ਧਾਰਨ ਕੀਤਾ ਕਲਗੀਧਰ ਦੇ ਰੂਪ ਵਿੱਚ, ਤੇ ਕਲਗੀਧਰ ਦੇ ਰੂਪ ਦੇ ਵਿੱਚ ਆ ਕੇ ਵੀ ਉਹ ਪਰਮੇਸ਼ਰ ਹੀ ਹੈ, ਅਕਾਲ ਪੁਰਖ ਹੀ ਹੈ। ਉਹ ਤਬਦੀਲ ਨਹੀਂ ਹੋਇਆ, ਬਦਲਿਆ ਨਹੀਂ। ਪਰ ਭਗਤ ਰੂਪ ਦੇ ਵਿੱਚ ਜਿਹੜੀ ਕਿਰਿਆ ਹੁੰਦੀ ਹੈ ਵੀ ਮੈਂ ਤਾਂ ਰੱਬ ਦਾ ਦਾਸ ਹਾਂ, ਉਹ ਮੇਰਾ ਸਵਾਮੀ ਹੈ, ਉਹ ਮੇਰਾ ਮਾਲਕ ਹੈ, ਉਦੋਂ ਇਹੀ ਕਿਰਿਆ ਹੁੰਦੀ ਹੈ ਭਗਤ ਦੀ। ਨਰ ਸਿੰਘ ਰੂਪ ਬਣਾਏ ਬਹੋਰੀ। ਚੱਲ ਇੱਕ ਉਦਾਹਰਨ ਹੋਰ ਦਈਏ ਤੈਨੂੰ। ਫਿਰ ਪਰਮੇਸ਼ਰ ਨੇ ਨਰ ਸਿੰਘ ਰੂਪ ਅਵਤਾਰਨ ਧਾਰਨ ਕੀਤਾ, ਨਰ ਸਿੰਘ ਦਾ। ਗੁਰਬਾਣੀ ਵਿੱਚ ਵੀ ਬਚਨ ਨੇ ਕਿ ਨਰ ਸਿੰਘ ਦਾ ਰੂਪ ਪਰਮੇਸ਼ਰ ਨੇ ਧਾਰਨ ਕੀਤਾ। ਬੜਾ ਵਿਕਰਾਲ ਰੂਪ ਸੀ ਉਹ ਨਰ ਸਿੰਘ ਦਾ। ਗਰਜ ਕਿਰਿਆ ਤਸ ਕਰੀ ਨਾ ਔਰੀ। ਔਰ ਕਹਿੰਦੇ ਨਰ ਸਿੰਘ ਨੇ ਗਰਜ ਕੇ, ਹੁਣ ਉਹ ਜੋ ਸ਼ੇਰ ਗਰਜਦਾ, ਨਰ ਸਿੰਘ ਵੀ ਗਰਜਿਆ,
ਉਹਨੇ ਸ਼ੇਰ ਦੀ ਜਿਹੜੀ ਕਿਰਿਆ ਸੀ ਉਹ ਕੀਤੀ। ਤਿਸ ਬਿਦ ਲਖਿਓ ਗਤ ਇਨ ਕੇਰੀ। ਪਰ ਉਹ ਸ਼ੇਰ ਦਾ ਰੂਪ ਹੋ ਕੇ ਸ਼ੇਰ ਤਾਂ ਨਹੀਂ ਰਿਹਾ, ਤਾਂ ਫਿਰ ਵੀ ਈਸ਼ਵਰੀ ਨਰਸਿੰਘ ਦਾ ਰੂਪ ਬਣਾ ਕੇ ਸ਼ੇਰ ਦੀ ਕਿਰਿਆ ਉਹਨੇ ਸ਼ੇਰ ਬਣ ਕੇ ਸ਼ੇਰ ਵਾਂਗੂ ਦਹਾੜਿਆ। ਦਾੜਾਂ ਉਹਦੀਆਂ ਉਦਾਂ ਦੀਆਂ ਸੀ, ਗਰਜਦਾ ਸੀ ਸ਼ੇਰ ਵਾਂਗੂ, ਤੇ ਇਹਦਾ ਮਤਲਬ ਉਹ ਸ਼ੇਰ ਤਾਂ ਨਹੀਂ ਹੈ। ਫਿਰ ਵੀ ਰਿਹਾ ਤਾਂ ਉਹ ਅਵਤਾਰ ਹੀ ਹੈ ਨਾ ਪਰਮੇਸ਼ਰ ਦਾ, ਈਸ਼ਵਰ ਦਾ ਜਾਂ ਵਿਸ਼ਨੂੰ ਦਾ ਅਵਤਾਰ ਹੀ ਕਹਿ ਸਕਦੇ ਹਾਂ। ਇਸੇ ਤਰ੍ਹਾਂ ਇਹਨਾਂ ਨੇ ਵੀ ਮਨੁੱਖੀ ਸਰੀਰ ਧਾਰਨ ਕੀਤਾ, ਨਰਜਾਮਾ, ਤੇ ਨਰਜਾਮਾ ਧਾਰਨ ਕਰਕੇ ਨਰ ਨਹੀਂ ਹੋ ਗਏ, ਮਨੁੱਖ ਨਹੀਂ ਹੋ ਗਏ, ਮਨੁੱਖੀ ਜਾਮਾ ਧਾਰਨ ਕਰਕੇ ਵੀ ਪਰਮੇਸ਼ਰ ਨੇ, ਅਕਾਲ ਪੁਰਖ ਨੇ ਕਿਉਂ ਧਾਰਨ ਕੀਤਾ ਮਨੁੱਖੀ ਜਾਮਾ? ਜੇ ਮਨੁੱਖੀ ਜਾਮਾ ਨਾ ਧਾਰਨ ਕਰਦੇ ਤੇ ਮਨੁੱਖਾਂ ਦੀ ਕਲਿਆਣ ਕੀਕੂ ਹੁੰਦੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ ਕਿ ਪ੍ਰਮਾਤਮਾ ਦਾ ਵਿਰਾਟ ਰੂਪ ਇਤਨਾ ਵੀ ਉਹਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਨੇ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਗੇ ਜਿਸ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਨੇ। ਕਹਿੰਦੇ ਉਹਨੇ ਆਖਿਆ ਵੀ ਮੇਰਾ ਐਡਾ ਵਿਰਾਟ ਰੂਪ ਹੈ, ਮੈਂ ਜੀਵਾਂ ਦੀ ਕਲਿਆਣ ਕਿਵੇਂ ਕਰਾਂ, ਦਰਸ਼ਨ ਕਿਵੇਂ ਦਿਆਂ ਜੀਵਾਂ ਨੂੰ। ਉਹਨਾਂ ਨੇ ਤਰਸ ਕਰਕੇ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਮਨੁੱਖੀ ਜਾਮਾ ਧਾਰਨ ਕਰਕੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ ਜੀਵਾਂ ਨੂੰ ਦਰਸ਼ਨ ਦਿੱਤੇ ਨੇ। ਤੇ ਮਨੁੱਖੀ ਸਰੀਰ ਧਾਰਨ ਕਰਕੇ ਉਹ ਮਨੁੱਖ ਨਹੀਂ ਹੋ ਗਏ, ਆਮ ਇਨਸਾਨ ਨਹੀਂ ਹੋ ਗਏ, ਮਨੁੱਖੀ ਜਾਮਾ ਧਾਰਨ ਕਰਕੇ ਵੀ ਉਹ ਪਾਰ ਬ੍ਰਹਮ ਪਰਮੇਸ਼ਵਰ ਨੇ, ਅਕਾਲ ਪੁਰਖ ਨੇ। ਜੈਸੇ ਈਸ਼ਵਰ ਨੇ ਨਰਸਿੰਘ ਰੂਪ ਧਾਰਨ ਕੀਤਾ ਤੇ ਉਹ ਸ਼ੇਰ ਨਹੀਂ ਬਣ ਗਿਆ, ਨਰਸਿੰਘ ਰੂਪ ਹੋ ਕੇ ਵੀ ਉਹ ਈਸ਼ਵਰ ਹੈ, ਪਰਮੇਸ਼ਵਰ ਹੈ। ਤੈਸੇ ਹੀ ਕਲਗੀਧਰ ਮਨੁੱਖੀ ਜਾਮੇ ਵਿੱਚ ਆ ਕੇ ਵੀ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹਨ। ਭਗਤ ਰੀਤ ਕੀ ਰਹਿਤ ਕਨੇਰੀ। ਪਰ ਜਿਹੜੀ ਭਗਤੀ ਦੀ ਰੀਤ ਹੁੰਦੀ ਹੈ ਨਾ, ਕਿਉਂਕਿ ਗੁਰਦੇਵ ਭਗਤ ਬਣ ਕੇ ਪ੍ਰਗਟ ਹੋਏ ਨੇ, ਉਹ ਕਹਿੰਦੇ ਮੈਂ ਵਾਹਿਗੁਰੂ ਦਾ ਦਾਸ ਹਾਂ, ਤੇ ਭਗਤ ਰੂਪ ਦੇ ਵਿੱਚ ਜਿਹੜਾ ਦਾਸਾ ਭਾਵ ਹੁੰਦਾ, ਜਿਹੜੀ ਭਗਤੀ ਦੀ ਕਿਰਿਆ ਹੁੰਦੀ ਆ, ਉਹ ਕਲਗੀਧਰ ਜੀ ਕਰ ਰਹੇ ਨੇ। ਰੂਪ ਵਾਸਤਵ ਨਹੀਂ ਲਖਾਇਓ। ਆਪਣਾ ਵਾਸਤਵਿਕ ਰੂਪ ਨਹੀਂ ਮਹਾਰਾਜ ਜੀ ਨੇ ਜਣਾਇਆ, ਆਪਣਾ ਕੇਵਲ ਬਾਹਰੀ ਸਵਰੂਪ ਜਿਹੜਾ ਭਗਤੀ ਭਾਵ ਵਾਲਾ ਉਹੀ ਦਰਸ਼ਨ ਕਰਕੇ ਵਿਖਾਇਆ। ਆਸ਼ੇ ਅਪਰ ਸੋਨੇ ਤੁਮ ਪਾਇਓ। ਸਤਿਗੁਰੂ ਜੀ ਦਾ ਆਸ਼ਾ ਕੁਝ ਹੋਰ ਹੈ ਇਹਨਾਂ ਪੰਕਤੀਆਂ ਵਿੱਚ ਜੋ ਕਿਹਾ ਨਾ ਮਹਾਰਾਜ ਜੀ ਨੇ, ਜੋ ਹਮਕੋ ਪਰਮੇਸ਼ਰ ਉਚਰ ਹੈ, ਇਹਦਾ ਜਿਹੜਾ ਆਸ਼ਾ ਤੁਸੀਂ ਸਮਝਿਆ ਨਹੀਂ। ਦਰਅਸਲ ਗੁਰੂ ਸਾਹਿਬ ਉੱਥੇ ਆਪਣੀ ਨਿਮਰਤਾ ਨਾਲ ਕਹਿ ਰਹੇ ਨੇ ਵੀ ਮੈਂ ਉਹਦਾ ਦਾਸ ਹਾਂ, ਮੈਂ ਉਹਦਾ ਸੇਵਕ ਹਾਂ। ਇਸ ਕਰਕੇ ਗੁਰਦੇਵ ਦੇ ਪਾਵਨ ਬਚਨਾਂ ਦਾ ਤੂੰ ਆਸ਼ਾ ਨਹੀਂ ਸਮਝਿਆ, ਆਸ਼ਾ ਨਹੀਂ ਜਾਣਿਆ। ਬ੍ਰਹਮਾ ਵਿਸ਼ਨੂੰ ਰੁਦਰ ਮਈਆਨ। ਬ੍ਰਹਮਾ ਵਿਸ਼ਨੂੰ ਰੁਦਰ ਆਦਿਕ ਜਿਹੜੇ ਵੱਡੇ ਵੱਡੇ ਅਵਤਾਰ ਹੋਏ ਨੇ, ਇਨ ਪਰ ਤਰਕ ਕਰੀ ਤਿਸ ਥਾਨ। ਜਦੋਂ ਕਲਗੀਧਰ ਜੀ ਨੇ ਇਹ ਬਚਨ ਲਿਖੇ ਨੇ ਨਾ ਬਚਿੱਤਰ ਨਾਟਕ ਵਿੱਚ, ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਉਸ ਤੋਂ ਪਹਿਲਾਂ ਗੁਰਦੇਵ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਫਿਰ ਹੋਰ ਜਿਹੜੇ ਰੁਦਰ ਦੇ ਅਵਤਾਰ ਨੇ ਜਾਂ ਹੋਰ ਜਿੰਨੇ ਵੀ ਅਵਤਾਰ, ਉਹਨਾਂ ਸਾਰਿਆਂ ਦਾ ਖੰਡਨ ਕੀਤਾ ਗੁਰਦੇਵ ਨੇ ਵੀ ਇਹ ਸਭ ਰੱਬ ਨਹੀਂ ਹਨ, ਇਹ ਪਰਮੇਸ਼ਰ ਨਹੀਂ ਹਨ। ਮਹਾਰਾਜ ਜੀ ਨੇ ਦੱਸਿਆ ਬ੍ਰਹਮਾ ਪਰਮੇਸ਼ਰ ਨਹੀਂ ਹੈ, ਵਿਸ਼ਨੂੰ ਪਰਮੇਸ਼ਰ ਨਹੀਂ ਹੈ, ਸ਼ਿਵ ਜੀ ਵੀ ਪਰਮੇਸ਼ਰ ਨਹੀਂ ਹੈ, ਰੁਦਰ ਵੀ ਪਰਮੇਸ਼ਰ ਨਹੀਂ। ਇਹਨਾਂ ਵਿੱਚ ਪਰਮੇਸ਼ਰ ਦੀ ਅੰਸ਼ ਹੈ ਪਰ ਇਹ ਪਰਮੇਸ਼ਰ ਨਹੀਂ ਹਨ। ਹਜ਼ਰਤ ਮੁਹੰਮਦ ਸਾਹਿਬ ਪਰਮੇਸ਼ਰ ਨਹੀਂ ਹਨ। ਇਹਨਾਂ ਸਾਰਿਆਂ ਵਿੱਚ ਪਰਮੇਸ਼ਰ ਦੀ ਅੰਸ਼ ਜ਼ਰੂਰ ਹੈ ਪਰ ਇਹ ਪਰਮੇਸ਼ਰ ਨਹੀਂ। ਉੱਥੇ ਨਾ ਸਾਰਿਆਂ ਤੇ ਗੁਰਦੇਵ ਨੇ ਤਰਕ ਕੀਤੀ, ਜਿਹੜੇ ਲੋਕ ਇਹਨਾਂ ਨੂੰ ਪਰਮੇਸ਼ਰ ਮੰਨਦੇ ਨੇ ਉਹਨਾਂ ਤੇ, ਵੀ ਇਹ ਪਰਮੇਸ਼ਰ ਨਹੀਂ ਹਨ। ਤਹਾਂ ਆਪ ਕੋ ਨੇ ਇਮ ਕਹਤੇ। ਇੱਥੇ ਗੁਰਦੇਵ ਜੇ ਹੁਣ ਉਹਨਾਂ ਸਾਰਿਆਂ ਬਾਰੇ ਕਹਿ ਰਹੇ ਨੇ ਵੀ ਇਹ ਪਰਮੇਸ਼ਰ ਨਹੀਂ, ਤੇ ਆਪਣੇ ਬਾਰੇ ਕਹਿੰਦੇ ਵੀ ਮੈਂ ਪਰਮੇਸ਼ਰ ਆ, ਫਿਰ ਥੋੜੀ ਗੱਲ ਚੰਗੀ ਲੱਗਦੀ ਸੀ। ਉੱਥੇ ਫਿਰ ਗੁਰਦੇਵ ਨੇ ਆਪਣੇ ਆਪ ਨੂੰ ਵੀ ਕਿਹਾ ਵੀ ਮੈਂ ਵੀ ਪਰਮੇਸ਼ਰ ਨਹੀਂ ਆ। ਕਿਤੇ ਨਾ ਸਮਝਿਓ ਵੀ ਇਹ ਸਾਰੇ ਪਰਮੇਸ਼ਰ ਨਹੀਂ ਹਨ ਤੇ ਮੈਂ ਆਪਣੇ ਆਪ ਨੂੰ ਪਰਮੇਸ਼ਰ ਦੱਸਣ ਲਈ ਉਹਨਾਂ ਨੂੰ ਕਹਿ ਰਿਹਾ ਵੀ ਇਹ ਪਰਮੇਸ਼ਰ ਨਹੀਂ ਹਨ। ਗੱਲ ਕਰਨ ਦਾ ਪ੍ਰਕਾਰ ਹੁੰਦਾ ਨਾ, ਸਿਧਾਂਤ ਸਿੱਧ ਕਰਨ ਲਈ। ਮੰਨ ਲਓ ਕਿ ਜਦੋਂ ਖੰਡਨ ਕਰਦੇ ਚਲੇ ਜਾਈਏ ਵੀ ਫਲਾਣਾ ਇਦਾਂ ਕਰਦਾ, ਅਮਕਾ ਇਦਾਂ ਕਰਦਾ, ਤੇ ਮੈਂ ਵੀ ਉਸੇ ਤਰ੍ਹਾਂ ਦੀ ਉਸੇ ਕੈਟਾਗਰੀ ਵਿੱਚ ਆਪਣੇ ਆਪ ਨੂੰ ਖੜਾ ਕਰ ਲਵਾਂ ਕਿ ਭਾਈ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ, ਇਦਾਂ ਹੀ ਕਹਾਂਗਾ ਨਾ,
ਸੰਗਤੀ ਰੂਪ ਦੇ ਵਿੱਚ ਜਦੋਂ ਭਾਈ ਸਾਨੂੰ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ, ਰਲ ਕੇ ਕਰਦੇ ਆ ਨਾ ਬਚਨ। ਹੁਣ ਕੱਲਾ ਮੈਂ ਤੁਹਾਨੂੰ ਕਹਾਂ ਵੀ ਨਹੀਂ ਕਰਨੇ ਚਾਹੀਦੇ, ਇਹਦਾ ਮਤਲਬ ਕਿ ਮੇਰੇ ਲਈ ਉਹ ਬਚਨ ਲਾਗੂ ਨਹੀਂ ਹਨ। ਜੋ ਮੈਂ ਤੁਹਾਨੂੰ ਕਹਿ ਰਿਹਾ ਉਹ ਮੇਰੇ ਲਈ ਵੀ ਤਾਂ ਲਾਗੂ ਹੈ ਨਾ। ਕਲਗੀਧਰ ਜੀ ਨੇ ਜਿਹੜੇ ਇੱਥੇ ਬਚਨ ਕਹੇ ਨੇ ਉਹ ਸਿਧਾਂਤ ਪ੍ਰਗਟ ਕਰਨ ਲਈ ਕਿ ਉਹਨਾਂ ਸਾਰਿਆਂ ਨੂੰ ਤੁਸੀਂ ਪਰਮੇਸ਼ਰ ਰੂਪ ਨਾ ਜਾਣੋ, ਤੇ ਜਦੋਂ ਉਹਨਾਂ ਨੂੰ ਕਹਿ ਰਹੇ ਨੇ ਉੱਥੇ ਆਪਣੇ ਆਪ ਨੂੰ ਵੀ ਕਹਿ ਰਹੇ ਨੇ ਵੀ ਮੈਨੂੰ ਵੀ ਤੁਸੀਂ ਰੱਬ ਨਾ ਸਮਝੋ, ਮੈਂ ਵੀ ਉਹਦਾ ਦਾਸ ਹਾਂ ਪਰਮੇਸ਼ਰ ਦਾ। ਇਹ ਸਿਧਾਂਤ ਗੁਰਦੇਵ ਨੇ ਪ੍ਰਗਟ ਕੀਤਾ। ਜੇ ਨਾ ਉਹ ਆਪਣੇ ਆਪ ਨੂੰ ਏਦਾਂ ਆਖਦੇ ਤੋ ਬਹੁ ਲੋਕ ਹਿਰਦੇ ਇਮ ਲੈਤੇ, ਬਹੁਤਿਆਂ ਲੋਕਾਂ ਨੇ ਇਸ ਗੱਲ ਨੂੰ ਸਮਝਣਾ ਨਹੀਂ ਸੀ। ਉਹਨਾਂ ਨੇ ਕਹਿਣਾ ਸੀ ਕਿ ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲਈ ਗੁਰੂ ਕਲਗੀਧਰ ਨੇ ਬਾਕੀ ਸਾਰਿਆਂ ਨੂੰ ਕਿਹਾ ਵੀ ਇਹ ਪਰਮੇਸ਼ਰ ਨਹੀਂ। ਫਿਰ ਲੋਕਾਂ ਨੇ ਆਹ ਤਰਕ ਕਰਨੀ ਸੀ, ਆਹ ਸ਼ੰਕਾ ਕਰਨਾ ਸੀ। ਸਭ ਕੋ ਤਰਕਤ ਭੇਸ ਥਾਈ, ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਰਿਆਂ ਦੇ ਉੱਤੇ ਇਸ ਜਗ੍ਹਾ ਤੇ ਤਰਕ ਕੀਤਾ। ਪਰਮੇਸ਼ਵਰਤਾ ਆਪਨ ਜਨਾਈ, ਔਰ ਪਰਮੇਸ਼ਵਰਤਾ ਆਪਣੀ ਜਣਾਈ ਹੈ। ਇਮ ਵਿਚਾਰ ਕਰ ਤਾਂ ਬਖਾਨਾ, ਇਹ ਵਿਚਾਰ ਕਰਕੇ ਗੁਰਦੇਵ ਨੇ ਉੱਥੇ ਬਚਨ ਕਹੇ ਹਨ। ਇਹ ਅਵਤਾਰ ਸੋ ਦਾਸ ਸਮਾਨਾ, ਇਹ ਜਿਹੜੇ ਅਵਤਾਰ ਨੇ ਵੀ ਸਾਰੇ ਪਰਮੇਸ਼ਰ ਦੇ ਦਾਸ ਨੇ, ਅਕਾਲ ਪੁਰਖ ਦੇ ਦਾਸ ਹਨ। ਨਿਜ ਸਰੂਪ ਪਰਮੇਸ਼ਵਰ ਕੇਰਾ, ਪਰ ਗੁਰੂ ਪਾਤਸ਼ਾਹ ਜੀ ਦਾ ਆਪਣਾ ਨਿਜ ਸਰੂਪ ਜਿਹੜਾ ਹੈ ਉਹ ਪਰਮੇਸ਼ਰ ਰੂਪ ਹੈ। ਧਿਆਵਤ ਰਹੇ ਸੋ ਸੰਜ ਸਵੇਰਾ, ਉਸੇ ਆਪਣੇ ਨਿਜ ਸਰੂਪ ਨੂੰ ਸਵੇਰ ਸ਼ਾਮ ਮਹਾਰਾਜ ਜੀ ਧਿਆਉਂਦੇ ਤੇ ਆਰਾਧਦੇ ਹਨ। ਇਹ ਪੀਤੇ ਸਥਾਨ ਬਚ ਕਇਓ, ਪੰਡਤ ਜੀ ਤੁਹਾਨੂੰ ਆਹ ਪੰਕਤੀਆਂ ਤਾਂ ਦਿਸ ਗਈਆਂ, ਉੱਥੇ ਵੀ ਗੁਰੂ ਸਾਹਿਬ ਨੇ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਖੁੰਡ ਮੈਂ ਪਰ ਹੈ, ਇਹ ਤਾਂ ਤੈਨੂੰ ਦਿਸ ਗਈਆਂ। ਉੱਥੇ ਹੋਰ ਵੀ ਪੰਕਤੀਆਂ ਲਿਖੀਆਂ ਉਹ ਨਹੀਂ ਦਿਸੀਆਂ ਤੈਨੂੰ, ਜਿਹੜੀਆਂ ਕਲਗੀਧਰ ਜੀ ਨੇ ਕਹੀਆਂ ਨੇ। ਪੰਡਤ ਕਹਿੰਦਾ ਜੀ ਹੋਰ ਕਿਹੜੀਆਂ ਪੰਕਤੀਆਂ ਨੇ? ਕਹਿੰਦੇ ਫਿਰ ਉਹ ਵੀ ਸੁਣ ਲੈ, ਤੈਨੂੰ ਸੁਣਾ ਦਿੰਦੇ ਆ ਜਿਹੜੀਆਂ ਦਸਵੇਂ ਪਾਤਸ਼ਾਹ ਨੇ ਕਹੀਆਂ ਨੇ। ਹਾਂਜੀ, ਜਿਸ ਤੇ ਆਸ਼ੈ ਬੁੱਧ ਜਨ ਲਇਓ, ਇਹਦੇ ਨਾਲ ਬੁੱਧੀ ਜਨ ਇਹ ਸਮਝ ਜਾਂਦੇ ਹਨ, ਉਹ ਇਸ ਆਸ਼ੇ ਨੂੰ ਸਮਝ ਜਾਂਦੇ ਹਨ। ਇਹ ਬਿਦ ਕਰਤ ਤਪੱਸਿਆ ਭਇਓ, ਦੁਐਤੇ ਏਕ ਰੂਪ ਹੋਏ ਗਇਓ। ਕਹਿਣ ਲੱਗੇ ਵੀ ਬਚਨ ਉੱਥੇ ਹੀ ਲਿਖੇ ਨੇ ਪੰਡਤ ਜੀ, ਮਾੜੀ ਜੀ ਪੜ੍ਹ ਲੈਣੀ ਸੀ ਨਿਗਾਹ ਕਰਕੇ ਧਿਆਨ ਨਾਲ। ਕਲਗੀਧਰ ਜੀ ਨੇ ਬਚਨ ਕੀਤੇ ਨੇ, ਇਹ ਬਿਦ ਕਰਤ ਤਪੱਸਿਆ ਭਇਓ, ਦੁਐਤੇ ਏਕ ਰੂਪ ਹੋਏ ਗਇਓ। ਇਹ ਬਿਦ ਕਰਤ ਤਪੱਸਿਆ ਭਇਓ, ਕਹਿੰਦੇ ਐਸੀ ਤਪੱਸਿਆ ਕੀਤੀ ਦੋ ਤੋਂ ਇੱਕ ਰੂਪ ਹੋ ਗਏ, ਪਰਮੇਸ਼ਰ ਰੂਪ ਹੀ ਹੋ ਗਏ। ਇੱਥੇ ਫਿਰ ਹੋ ਗਏ, ਜਦੋਂ ਹੋ ਗਏ ਉਹਨਾਂ ਨੇ ਆਪ ਕਿਹਾ ਪਰਮੇਸ਼ਰ ਰੂਪ ਹੋ ਗਏ, ਤੇ ਫਿਰ ਜਦੋਂ ਸਿੱਖ ਉਹਨਾਂ ਨੂੰ ਪਰਮੇਸ਼ਰ ਰੂਪ ਆਖਣ ਤੇ ਇਹਦੇ ਵਿੱਚ ਫਿਰ ਕੀ ਸ਼ੰਕਾ ਹੈ? ਫਿਰ ਤਾਂ ਸ਼ੰਕਾ ਰਿਹਾ ਹੀ ਨਹੀਂ। ਉਹ ਕਹਿੰਦੇ ਤਪ ਕਰਦਿਆਂ ਕਰਦਿਆਂ ਇੱਕ ਰੂਪ ਹੋਏ ਆ, ਏਦਾਂ ਨਹੀਂ ਵੀ ਸਿੱਧਾ ਅੱਜ ਹੀ ਕਹਿ ਦਿਆਂ ਮੈਂ ਹੁਣ ਮੈਂ ਕਹਿ ਦਿਆਂ ਅਹੰ ਬ੍ਰਹਮਸਮੀ, ਮੈਂ ਰੱਬ ਹਾਂ, ਮੈਂ ਬ੍ਰਹਮ ਹਾਂ। ਪਰ ਬ੍ਰਹਮ ਬਣਨ ਵਾਸਤੇ ਸਾਧਨਾ ਤਾਂ ਕੀਤੀ ਨਹੀਂ, ਤਪ ਤਾਂ ਕੀਤਾ ਨਹੀਂ, ਘਾਲਣਾ ਤਾਂ ਘਾਲ ਹੀ ਨਹੀਂ। ਫੋਕਾ ਫੋਕਾ ਹੀ ਮੂੰਹ ਤੋਂ ਕਹੀ ਜਾਵਾਂ, ਜਿਵੇਂ ਕਾਨਾ ਕਹਿੰਦਾ ਸੀ ਗੁਰੂ ਸਾਹਿਬ ਨੂੰ ਮੇਰੀ ਬਾਣੀ ਲਿਖੋ, ਮਹਾਰਾਜ ਕਹਿੰਦੇ ਉਚਾਰ, ਕਹਿੰਦਾ ਜਾਕੋ ਵੇਦ ਪੁਰਾਨਾ ਗਾਵਾਂ, ਖੋਜ ਖੋਜ ਨਾ ਕੋਈ ਰੇ, ਮੈਂ ਉਹੀ ਰੇ, ਮੈਂ ਉਹੀ ਰੇ। ਮਹਾਰਾਜ ਕਹਿੰਦੇ ਰਹਿਣ ਦੋ ਕਾਨਾ ਜੀ, ਬਾਣੀ ਉਸ ਦੇਸ਼ ਦੀ ਉਚਾਰ ਰਹੇ ਹੋ ਪਰ ਬੰਦਾ ਉਸ ਦੇਸ਼ ਦਾ ਕੋਈ ਨਹੀਂ। ਜਿੱਥੋਂ ਦੀ ਬਾਣੀ ਉਚਾਰ ਰਿਹਾ ਨਾ ਉੱਥੇ ਤੂੰ ਪਹੁੰਚਿਆ ਕੋਈ ਨਹੀਂ। ਹੁਣ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਭੇਤਾ ਨਹੀਂ ਰਿਹਾ। ਕਲਗੀਧਰ ਜੀ ਆਪ ਸਵੈੰ ਪਰਮੇਸ਼ਵਰ ਨੇ। ਗੁਰਦੇਵ ਪਾਰ ਬ੍ਰਹਮ ਪਰਮੇਸ਼ਰ ਦੇ ਤਨ ਤੋਂ ਉਪਜੇ ਨੇ, ਪਰਮੇਸ਼ਰ ਦੇ ਤਨ ਤੋਂ ਉਪਜੇ ਪਰਮੇਸ਼ਰ ਰੂਪੀ ਨੇ। ਜਦੋਂ ਪਰਮੇਸ਼ਰ ਨੇ ਕਿਹਾ ਮੈਂ ਆਪਣਾ ਸੁਧ ਤੋਹੇ ਨਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ, ਜਿਹੜੀ ਗੱਲ ਉਹ ਕਹੀ ਹੈ ਨਾ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰੈ, ਉੱਥੇ ਉਹ ਗੱਲਾਂ ਕਰ ਰਹੇ ਸਨ ਸਾਰੀਆਂ ਵੀ ਇਹ ਜਿੰਨੇ ਅਵਤਾਰ ਨੇ ਇਹਨਾਂ ਨੂੰ ਪਰਮੇਸ਼ਰ ਨਾ ਜਾਣੋ। ਪਰ ਉੱਥੇ ਆਪਣੇ ਆਪ ਨੂੰ ਵੀ ਤਾਂ ਲਿਖਣਾ ਸੀ ਨਾ ਵੀ ਸਾਨੂੰ ਵੀ ਪਰਮੇਸ਼ਰ ਨਾ ਜਾਣੋ। ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਪਰਮੇਸ਼ਰ ਨਹੀਂ ਹਨ। ਉਹ ਗੱਲ ਚੱਲਦੀ ਸੀ ਜਿਵੇਂ ਆਪਾਂ ਸਾਂਝੇ ਤੌਰ ਤੇ ਗੱਲ ਕਰਦੇ ਹਾਂ ਵੀ ਆਪਾਂ ਨੂੰ ਆਹ ਕੰਮ ਨਹੀਂ ਕਰਨਾ ਚਾਹੀਦਾ।
ਸਾਂਝੇ ਰੂਪ 'ਚ ਕਰਦੇ ਆ ਨਾ, ਉਹਦੇ ਵਿੱਚ ਕਈ ਨਹੀਂ ਵੀ ਕਰਦੇ ਉਹ ਕੰਮ, ਫਿਰ ਵੀ ਆਪਾਂ ਸਾਰੇ ਰਲਾ ਕੇ ਇੱਕ ਦੂਜੇ ਨੂੰ ਕਹਿੰਦੇ ਵੀ ਆਪਾਂ ਨੂੰ ਆਹ ਕੰਮ ਨਹੀਂ ਕਰਨੇ ਚਾਹੀਦੇ, ਭਾਵੇਂ ਉਹ ਮੈਂ ਨਾ ਵੀ ਕਰਦਾ ਹੋਵਾਂ ਉਹ ਕੰਮ, ਫਿਰ ਵੀ ਆਪਾਂ ਸਾਂਝੇ ਤੌਰ ਤੇ ਕਹਿੰਦੇ ਆ। ਉਹ ਸਾਂਝੇ ਤੌਰ ਤੇ ਕਲਗੀਧਰ ਜੀ ਨੇ ਕਿਹਾ। ਪਰ ਆਹ ਵਚਨ ਜਦੋਂ ਕਹੇ ਨੇ ਵੀ ਇਹ ਬਿਦ ਕਰਤ ਤਪੱਸਿਆ ਭਇਓ ਦ્વੈਤੇ ਏਕ ਰੂਪ ਹਵੈ ਗਇਓ, ਇਹ ਵੀ ਤਾਂ ਸਿੱਖਾਂ ਨੇ ਮੰਨਣੇ ਨੇ ਨਾ ਵੀ ਉਹ ਇੱਕ ਰੂਪ ਹੀ ਹੋ ਗਏ, ਪ੍ਰਮਾਤਮਾ ਵਿੱਚ ਹੀ, ਅਕਾਲ ਪੁਰਖ ਵਿੱਚ ਹੀ ਇੱਕਮਿਕ ਹੋ ਗਏ ਪਰਮੇਸ਼ਰ ਰੂਪ। ਇਹ ਸਿੱਖਾਂ ਦੀ ਭਾਵਨਾ। ਪੰਡਤ ਜੀ ਇਹ ਦਰਅਸਲ ਧਿਆਨ ਨਾਲ ਵਿਚਾਰ ਲਓ। ਅਰ ਲੋਚਨ ਮੁੰਦਨ ਕੀ ਰੀਤਾ, ਜਿਹੜੀ ਗੱਲ ਤੂੰ ਇਹ ਕਹੀ ਆ ਵੀ ਪਰਮੇਸ਼ਰ ਦਾ ਜਿਹੜਾ ਸਵਰੂਪ ਪ੍ਰਗਟ ਹੋਇਆ ਪ੍ਰਕਾਸ਼, ਤੇ ਗੁਰੂ ਸਾਹਿਬ ਨੇ ਅੱਖਾਂ ਮੀਚ ਲੀਆਂ ਵੇਖ ਨਹੀਂ ਸਕੇ, ਉਹ ਵੀ ਸੁਣ ਲੈ। ਸੋ ਸੁਨ ਧਰਿਏ ਚੀਤ ਪ੍ਰਤੀਤਾ, ਸੁਣ ਕੇ ਕੇਸ਼ੋ ਦਾਸ ਇਸ ਗੱਲ ਦੀ ਆਪਣੇ ਮਨ 'ਚ ਪ੍ਰਤੀਤ ਕਰ ਲੈ, ਭਰੋਸਾ ਕਰ ਲੈ। ਪ੍ਰਗਟੀ ਜਗ ਮਾਤੇ ਅਗਾਰੀ, ਜਦੋਂ ਪ੍ਰਮਾਤਮਾ ਦੀ ਪ੍ਰਚੰਡ ਸ਼ਕਤੀ ਕਲਗੀਧਰ ਜੀ ਦੇ ਸਾਨਮੁਖ ਪ੍ਰਗਟ ਹੋਈ ਪ੍ਰਕਾਸ਼ ਰੂਪ ਹੋ ਕੇ ਬੜੇ ਤੇਜ ਰੂਪ ਵਿੱਚ, ਦਰਸ਼ਨ ਦੇਖ ਹਰਖ ਪਾਪਾਰੀ, ਉਸ ਪ੍ਰਕਾਸ਼ ਦਾ ਉਸ ਸ਼ਕਤੀ ਦਾ ਦਰਸ਼ਨ ਕਰਕੇ ਕਲਗੀਧਰ ਜੀ ਬੜੇ ਵਿਗਾਸ ਵਿੱਚ ਖੇੜੇ ਵਿੱਚ ਆਏ। ਤੇ ਵਿਚਾਰਿਓ ਕਿਸ ਅਸਥਾਏ, ਸੋਚ ਕੀਤੀ ਮਨ ਤੇ ਕਲਗੀਧਰ ਨੇ ਵਿਚਾਰਿਆ ਕਿ ਇਸ ਪ੍ਰਕਾਸ਼ ਰੂਪ ਅਕਾਲ ਪੁਰਖ ਦਾ ਜਿਹੜਾ ਇਹ ਸਵਰੂਪ ਹੈ, ਮੈਂ ਇਹਨੂੰ ਆਪਣੇ ਕਿਸ ਹਿੱਸੇ ਵਿੱਚ ਵਸਾਵਾਂ ਸਰੀਰ ਦੇ। ਇਹ ਵਿਚਾਰ ਗੁਰੂ ਸਾਹਿਬ ਨੇ ਕੀਤੀ ਕਿ ਜੋ ਇਹ ਪ੍ਰਕਾਸ਼ ਮੈਂ ਵੇਖ ਰਿਹਾ ਇਹਨੂੰ ਮੈਂ ਕਿੱਥੇ ਵਸਾਵਾਂ। ਉਚਿਤ ਅੰਗ ਜੈ ਰੂਪ ਬਸਾਏ, ਸਰੀਰ ਦਾ ਕਿਹੜਾ ਇਹੋ ਜਿਹਾ ਅੰਗ ਉਚਿਤ ਹੈ ਜਿੱਥੇ ਮੈਂ ਇਸ ਸਰੂਪ ਨੂੰ ਵਸਾ ਲਵਾਂ। ਇਸ ਸਰੂਪ ਨੂੰ ਜੋ ਕਲਗੀਧਰ ਜੀ ਵੇਖ ਰਹੇ ਸਨ, ਉਸ ਸਰੂਪ ਨੂੰ ਜਿੱਥੇ ਵਸਾ ਲਵਾਂ, ਉਹ ਕਿਹੜੇ ਅੰਗ ਨੇ ਸਰੀਰ ਦੇ। ਸਭ ਤਨ ਮੈਂ ਪਾਵਨ ਹੈ ਨੈਣਾ, ਕਹਿੰਦੇ ਫਿਰ ਉਸ ਵੇਲੇ ਵਿਚਾਰ ਕੀਤੀ ਕਿ ਜਿਤਨੇ ਵੀ ਸਰੀਰ ਦੇ ਅੰਗ ਨੇ, ਉਹਨਾਂ ਸਰੀਰ ਦੇ ਅੰਗਾਂ ਵਿੱਚੋਂ ਸਭ ਤੋਂ ਉੱਤਮ ਨੇਤਰ ਹਨ, ਅੱਖਾਂ ਹਨ। ਤਹਾਂ ਬਾਸ ਦੀਨਸ ਗੁਣ ਐਨਾ, ਕਲਗੀਧਰ ਜੀ ਨੇ ਪ੍ਰਮਾਤਮਾ ਦੇ ਉਸ ਪ੍ਰਚੰਡ ਸਵਰੂਪ ਨੂੰ ਆਪਣੇ ਨੇਤਰਾਂ ਦੇ ਵਿੱਚ ਵਸਾਇਆ, ਆਪਣੀਆਂ ਅੱਖਾਂ 'ਚ ਵਸਾਇਆ, ਤਾਂ ਨੇਤਰ ਮੁੰਦੇ ਸਨ। ਐਸਾ ਨਹੀਂ ਵੀ ਉਹ ਵੇਖ ਕੇ ਉਹਨਾਂ ਕੋਲ ਵੇਖਿਆ ਨਹੀਂ ਗਿਆ, ਕਹਿੰਦੇ ਵੇਖਿਆ ਪਹਿਲਾਂ ਉਹਨਾਂ ਨੇ, ਪ੍ਰਤੱਖ ਦਰਸ਼ਨ ਕੀਤੇ, ਫਿਰ ਸੋਚਿਆ ਵਸਾਵਾਂ ਕਿੱਥੇ। ਕਹਿੰਦੇ ਵਸਾਉਣਾ ਸੀ ਆਪਣੇ ਨੇਤਰਾਂ 'ਚ, ਤੇ ਆਪਣੇ ਨੇਤਰਾਂ 'ਚ ਉਹਨਾਂ ਨੇ ਉਸ ਸਰੂਪ ਨੂੰ ਵਸਾਇਆ। ਪੰਥ ਅਗਾਰੀ ਟਿਕੇ ਨ ਕੋ, ਕਿਉਂ ਵਸਾਇਆ ਨੇਤਰਾਂ ਵਿੱਚ ਕਿ ਆਪਣੇ ਪੰਥ ਦੀਆਂ ਅੱਖਾਂ ਵਿੱਚ, ਆਪਣੇ ਖਾਲਸੇ ਦੀਆਂ ਅੱਖਾਂ ਵਿੱਚ ਗੁਰਦੇਵ ਨੇ ਪ੍ਰਮਾਤਮਾ ਦਾ ਉਹੀ ਤੇਜ ਵਸਾਉਣਾ ਸੀ। ਇਸ ਕਰਕੇ ਉਹ ਕਲਗੀਧਰ ਪੰਥ ਵਿੱਚ ਵਰਤਦੇ ਨੇ, ਉਹਨਾਂ ਨੇ ਉਹ ਤੇਜ ਆਪਣੇ ਨੇਤਰਾਂ 'ਚ ਵਸਾਇਆ ਪ੍ਰਕਾਸ਼, ਤੇ ਉਹੀ ਤੇਜ ਉਹਨਾਂ ਨੇ ਆਪਣੇ ਪੰਥ ਦੇ ਵਿੱਚ ਭਰਿਆ, ਆਪਣੇ ਪੰਥ ਦੇ ਨੇਤਰਾਂ ਵਿੱਚ ਭਰਿਆ ਹੈ। ਜੋਤ ਤੇਜ ਲੋਚਨ ਤਰਸੋ, ਉਹ ਪ੍ਰਮਾਤਮਾ ਦਾ ਸਵਰੂਪ, ਉਹਦੀ ਜੋਤ, ਉਹਦਾ ਪ੍ਰਕਾਸ਼ ਗੁਰੂ ਖਾਲਸੇ ਦੇ ਪੰਥ ਦੇ ਨੇਤਰਾਂ ਵਿੱਚ ਵਸਦਾ ਹੈ। ਰਹਿਤਵਾਨ ਸਿੱਖ ਸਿੰਘ ਜੋ ਮੇਰੇ, ਕਲਗੀਧਰ ਨੇ ਸੋਚਿਆ ਵਿਚਾਰਿਆ ਕਿ ਜਿਹੜੇ ਮੇਰੇ ਰਹਿਤਵਾਨ ਸਿੰਘ ਹੋਣਗੇ ਤਿਆਰ ਬਰ ਤਿਆਰ, ਦੁਸ਼ਟੈ ਨਸ਼ਟੈ ਦ੍ਰਿਸ਼ਟ ਸੋਏਰੇ, ਜਦੋਂ ਆਪਣੇ ਨੇਤਰਾਂ ਨਾਲ ਦੁਸ਼ਟਾਂ ਰਿਸ਼ਟਾਂ ਵੱਲ ਵੇਖਣਗੇ ਉਹਨਾਂ ਦਾ ਨਾਸ਼ ਹੋ ਜਾਏਗਾ। ਉਹਨਾਂ ਦੀ ਜਿਹੜੀ ਤੱਕਣੀ ਆ ਉਸ ਨੂੰ ਵੇਖ ਨਹੀਂ ਸਕਣਗੇ ਦੁਸ਼ਟ ਦੋਖੀ। ਬਹੁ ਤੁਰ ਤਨ ਸੰਗ ਏਕ ਲਰਾਓ, ਇਹਨਾਂ ਤੇਜ ਮਹਾਰਾਜ ਜੀ ਨੇ ਆਪਣੇ ਪੰਥ ਦੇ ਅੰਦਰ ਭਰ ਦਿੱਤਾ ਨੇਤਰਾਂ ਵਿੱਚ ਕਿ ਗੁਰਦੇਵ ਨੇ ਇਹ ਵੀ ਵਿਚਾਰ ਕੀਤੀ ਕਿ ਬਹੁਤ ਸਾਰਿਆਂ ਮਲੇਛਾਂ ਨਾਲ, ਲੱਖਾਂ ਨਾਲ ਮੈਂ ਆਪਣੇ ਇੱਕ ਇੱਕ ਸਿੱਖ ਨੂੰ ਲੜਾਉਣਾ। ਐਸਾ ਪ੍ਰਤਾਪ ਪੰਥ ਵਿੱਚ ਭਰਨ ਲਈ ਉਸ ਪ੍ਰਕਾਸ਼ ਨੂੰ, ਪਰਮਾਤਮਾ ਦੇ ਉਸ ਪ੍ਰਤੱਖ ਸਵਰੂਪ ਨੂੰ ਗੁਰਦੇਵ ਨੇ ਆਪਣੇ ਨੇਤਰਾਂ ਵਿੱਚ ਵਸਾ ਕੇ ਪੰਥ ਦੇ ਵਿੱਚ ਭਰਿਆ ਹੈ। ਅਸ ਪ੍ਰਤਾਪ ਜੁਤ ਪੰਥ ਚਲਾਓ, ਉਹੀ ਪ੍ਰਕਾਸ਼ ਸੀ ਨੇਤਰਾਂ ਵਿੱਚ ਜਿਹੜਾ ਗੁਰਦੇਵ ਨੇ ਖੰਡੇ ਦੀ ਪੌਲ ਤਿਆਰ ਕਰਦਿਆਂ, ਨੇਤਰ ਉਸ ਪੌਲ ਦੇ ਵਿੱਚ ਰੱਖੇ ਨੇ, ਨਾਲ ਜਾਪ ਕਰਦੇ ਨੇ, ਨਾਲ ਖੰਡਾ ਫੇਰਦੇ ਨੇ। ਜਿੱਥੇ ਖੰਡੇ ਦੀ ਕਲਾ ਵਰਤਦੀ ਹੈ ਉੱਥੇ ਗੁਰਦੇਵ ਦੇ ਨੇਤਰਾਂ ਵਿੱਚ ਪਰਮੇਸ਼ਰ ਦਾ ਉਹ ਪ੍ਰਕਾਸ਼ ਉਸ ਪਹੁਲ ਦੇ ਵਿੱਚ ਪ੍ਰਵਿਰਤ ਹੁੰਦਾ ਹੈ। ਉਹੀ ਪਹੁਲ ਜਦੋਂ ਪੰਜ ਪਿਆਰੇ ਛਕਦੇ ਨੇ, ਮਹਾਨ ਸੂਰਬੀਰ ਬਹਾਦਰ ਯੋਧੇ ਹੋ ਕੇ ਹੱਥ ਜੋੜ ਕੇ ਬੇਨਤੀ ਕਰਦੇ ਨੇ, ਮਹਾਰਾਜ ਦੱਸੋ
ਦਿੱਲੀ ਤੇ ਹਮਲਾ ਕਰੀਏ ਕਿ ਲਾਹੌਰ ਤੇ। ਉਹ ਪ੍ਰਕਾਸ਼ ਮਹਾਰਾਜ ਜੀ ਨੇ ਆਪਣੇ ਪੰਥ ਚ ਭਰਨ ਲਈ ਐਸੀ ਕਲਾ ਵਰਤਾਈ ਹੈ। ਇਹ ਕਾਰਨ ਦ੍ਰਿਗ ਕਰੇ ਮਿਲਾਵਨ, ਆ ਕਾਰਨ ਸੀ ਨੇਤਰ ਮੁੰਦਣ ਦਾ ਪੰਡਤ ਜੀ। ਦੇਖ ਦੇਵ ਕੋ ਬਾਸ ਬਸਾਵਨ, ਉਹਨੂੰ ਵਾਸ ਦੇਣ ਲਈ, ਨਿਵਾਸ ਦੇਣ ਲਈ ਪ੍ਰਮਾਤਮਾ ਦੀ ਉਸ ਪ੍ਰਤੱਖ ਸ਼ਕਤੀ ਨੂੰ ਮਹਾਰਾਜ ਜੀ ਨੇ ਚੋਜ ਵਰਤਾਇਆ। ਇਸ ਬਿਦ ਨੰਦ ਚੰਦ ਬਹੁ ਭਾਂਤੀ, ਏਦਾਂ ਆਨੰਦ ਚੰਦ ਜੀ ਨੇ ਜਦੋਂ ਇਹ ਸਾਰੀਆਂ ਗੱਲਾਂ ਕੀਤੀਆਂ ਕੇਸ਼ੋਦਾਸ ਨਾਲ, ਕਰੀ ਅਸ਼ਰਦਾ ਦਿਜ ਉਰਹਾਤੀ, ਪੰਡਤ ਦੇ ਮਨ 'ਚ ਜਿਹੜੀ ਅਸ਼ਰਦਾ ਸੀ ਉਹ ਖਤਮ ਹੋ ਗਈ। ਉਹਦਾ ਇੱਕ ਮਨ ਰਾਜੀ ਹੋ ਗਿਆ ਕਿ ਦੀਵਾਨ ਜੀ ਜੋ ਕਹਿ ਰਹੇ ਨੇ, ਉਹਦਾ ਮਨ ਰਜਾਮੰਦ ਹੋ ਗਿਆ। ਵਿਚਾਰ ਚਰਚਾ ਜਦੋਂ ਹੋਈ, ਜਿਹੜੇ ਸ਼ੰਕੇ ਉਹਨੇ ਕੀਤੇ ਸਨ ਉਹਦੇ ਸ਼ੰਕਿਆਂ ਦਾ ਸਮਾਧਾਨ ਦੀਵਾਨ ਜੀ ਨੇ ਕਰ ਦਿੱਤਾ। ਲੀਨ ਮਨਾਏ ਸੰਗ ਲੈ ਗਮਨਾ, ਕੇਸ਼ੋਦਾਸ ਨਾਲ ਚੱਲ ਪਿਆ। ਜਹਾਂ ਬਿਰਾਜਤ ਸ਼੍ਰੀ ਗੁਰ ਭਵਨਾ, ਉੱਥੇ ਆਏ ਜਿੱਥੇ ਕਲਗੀਧਰ ਪਾਤਸ਼ਾਹ ਜੀ ਬਿਰਾਜਮਾਨ ਸਨ। ਕਲਗੀਧਰ ਬੜ ਆਦਰ ਦੀਨਾ, ਕਲਗੀਧਰ ਜੀ ਨੇ ਆਖਿਆ ਆਓ ਕੇਸ਼ੋਦਾਸ ਜੀ। ਮਹਾਰਾਜ ਜੀ ਮੁਸਕਰਾ ਕੇ ਵੇਖਦੇ ਇਹਦੇ ਵੱਲ, ਕਹਿੰਦੇ ਆਓ ਕੇਸ਼ੋਦਾਸ ਜੀ। ਨਿਕਟ ਬਿਠਾਏ ਤੋਖ ਬੌਕੀਨਾ, ਮਹਾਰਾਜ ਜੀ ਦੇ ਚਰਨਾਂ ਵਿੱਚ ਕੇਸ਼ੋਦਾਸ ਆ ਕੇ ਬੈਠ ਗਿਆ। ਨੰਦ ਚੰਦ ਸਭ ਭਨਿਓ ਪ੍ਰਸੰਗਾ, ਚੰਦ ਜੀ ਨੇ ਮਹਾਰਾਜ ਜੀ ਨੂੰ ਸਾਰੇ ਬਚਨ ਦੱਸੇ ਜੋ ਕੇਸ਼ੋਦਾਸ ਨਾਲ ਹੋਏ। ਬਾਨੀ ਚੰਦ ਸਵਈਨ ਸੰਗਾ, ਕਲਗੀਧਰ ਜੀ ਨੇ ਉਸ ਵੇਲੇ ਆਪਣੇ ਪੰਥ ਦੀ, ਆਪਣੇ ਖਾਲਸੇ ਦੀ ਉਪਮਾ ਕਰਦਿਆਂ ਪਾਵਨ ਛੰਦ ਆਪਣੇ ਮੁਖਾਰ ਬਿੰਦ ਚ ਉਚਾਰਨ ਕੀਤੇ, ਸਵਈਏ ਉਚਾਰਨ ਕੀਤੇ। ਸੁਣੋ ਗੁਰੂ ਖਾਲਸਾ ਜੀ, ਜੋ ਸਵਈਏ ਬਾਜਾਂ ਵਾਲੇ ਪ੍ਰੀਤਮ ਨੇ ਉਚਾਰਨ ਕੀਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਚ ਦਰਜ ਹਨ। ਸ਼੍ਰੀ ਮੁਖਵਾ ਸਵਈਆ, ਜੋ ਕਛ ਲੇਖ ਲਿਖਿਓ ਬਿਦਨਾ, ਸੋ ਪਾਇਤ ਮਿਸਰ ਜੂ ਸ਼ੋਕ ਨਿਵਾਰੋ। ਮਹਾਰਾਜ ਜੀ ਕਹਿੰਦੇ ਪੰਡਤ ਜੀ ਗੱਲ ਭਾਗਾਂ ਦੀ ਹੈ, ਤੁਹਾਡੇ ਭਾਗਾਂ 'ਚ ਨਹੀਂ ਸੀ ਲਿਖਿਆ, ਤੁਹਾਨੂੰ ਨਹੀਂ ਮਿਲਿਆ ਉਹ ਮਾਣ ਸਤਿਕਾਰ। ਅਸੀਂ ਆਪਣੇ ਸਿੱਖਾਂ ਦੇ ਭਾਗਾਂ 'ਚ ਲਿਖਿਆ ਸੀ, ਉਹਨਾਂ ਨੂੰ ਮਿਲਿਆ। ਪਹਿਲਾਂ ਉਹਨਾਂ ਨੂੰ ਭੋਜਨ ਛਕਾਇਆ, ਆਪਣੇ ਪੰਥ ਨੂੰ ਛਕਾਇਆ। ਤੁਹਾਡੇ ਭਾਗਾਂ 'ਚ ਨਹੀਂ ਸੀ ਲਿਖਿਆ। ਪੰਡਤ ਜੀ ਜੋ ਵਿਧਾਤੇ ਨੇ ਲੇਖ ਲਿਖੇ ਹੁੰਦੇ ਆ ਨਾ, ਮਿਸ਼ਰ ਕਹਿੰਦੇ ਨੇ ਪੰਡਤ ਨੂੰ, ਪੰਡਤ ਜੀ ਉਹੀ ਕੁਝ ਹੀ ਪ੍ਰਾਪਤ ਹੁੰਦਾ ਹੈ। ਜੋ ਕਿਛ ਲੇਖ ਲਿਖਿਓ ਬਿਦਨਾ, ਸੋਈ ਪਾਇਤ ਮਿਸ਼ਰ ਜੂ ਸ਼ੋਕ ਨਿਵਾਰ। ਇਸ ਕਰਕੇ ਆਪਣੇ ਮਨ ਦਾ ਨਾ ਜਿਹੜਾ ਸ਼ੋਕ ਦੁੱਖ ਇਹ ਨਿਵਾਰ ਦਿਓ। ਜੋ ਭਾਗਾਂ 'ਚ ਹੁੰਦਾ ਉਹੀ ਪ੍ਰਾਪਤ ਹੁੰਦਾ। ਮੇਰੋ ਕਛੂ ਅਪਰਾਧ ਨਹੀਂ, ਗਇਓ ਯਾਦ ਤੇ ਭੂਲ ਨਾ ਕੋਪ ਚਿਤਾਰੋ। ਸਾਡਾ ਕੋਈ ਅਪਰਾਧ ਨਹੀਂ, ਸਾਨੂੰ ਭੁੱਲ ਗਿਆ, ਯਾਦ ਤੋਂ ਵਿਸਰ ਗਏ ਤੁਸੀਂ, ਤੇ ਸਾਡੀ ਯਾਦ ਚੋਂ ਵਿਸਰਨ ਕਰਕੇ ਤੁਹਾਨੂੰ ਅਸੀਂ ਬੁਲਾ ਨਹੀਂ ਸਕੇ। ਤੇ ਇਸ ਗੱਲ ਦਾ ਤੁਸੀਂ ਆਪਣੇ ਮਨ 'ਚ ਗੁੱਸਾ ਨਾ ਕਰੋ। ਬਾਗੋ ਨਿਹਾਲੀ ਪਟੈ ਦਿਓ, ਆਜ ਪਲੇ ਤੁਮਕੋ ਨਿਸ਼ਚੈ ਜੀਤਾਰੋ। ਬਸਤਰ ਚਾਹੀਦੇ ਨੇ, ਨਿਹਾਲੀਆਂ ਰਜਾਈਆਂ ਤਲਾਈਆਂ ਚਾਹੀਦੀਆਂ ਨੇ, ਤੁਹਾਨੂੰ ਅੱਜ ਭੇਜ ਦਿੰਦੇ ਆ, ਦੇ ਦਿੰਦੇ ਆ। ਜੋ ਤੁਹਾਨੂੰ ਚਾਹੀਦਾ ਉਹ ਤੁਹਾਨੂੰ ਹੁਣ ਦੇ ਦਿੰਦੇ ਹਾਂ। ਛਤਰੀ ਸਭੈ ਕ੍ਰਿਤ ਵਿਪਨ ਕੇ, ਇਨਹੂ ਪੈ ਕਟਾਚ ਕਿਰਪਾ ਕੈ ਨਿਹਾਰੋ। ਇਹ ਮੇਰੇ ਸਾਰੇ ਸੂਰਮੇ ਜਿਹੜੇ ਨੇ ਛਤਰੀ ਨੇ, ਮੇਰੇ ਸਿੱਖ। ਛਤਰੀ ਕਿਸ ਨੂੰ ਕਹਿੰਦੇ ਆ? ਛਤਰੀ ਉਹ ਨਹੀਂ ਜਿਹੜਾ ਛਤਰੀਆਂ ਦੇ ਘਰੇ ਜੰਮੇ ਉਹੀ ਛਤਰੀ ਹੁੰਦਾ। ਛਤਰੀ ਉਹ ਹੁੰਦਾ ਜਿਹੜਾ ਸ਼ਸਤਰਧਾਰੀ ਹੋਵੇ। ਖਾਲਸਾ ਛਤਰੀ ਵੰਸ਼ ਹੈ। ਪੰਥ ਭਾਵੇਂ ਇਹਦੇ ਚ ਸ਼ੂਦਰ ਹੋਣ, ਵੈਸ਼ ਹੋਣ, ਬ੍ਰਾਹਮਣ ਹੋਣ, ਕਿਸੇ ਵੀ ਵਰਨ ਨਾਲ ਸੰਬੰਧਿਤ ਹੋਵੇ, ਕਿਸੇ ਵੀ ਜਾਤੀ ਨਾਲ ਸੰਬੰਧਿਤ ਹੋਵੇ, ਸਾਰਿਆਂ ਨੂੰ ਜਦੋਂ ਪੰਥ ਬਣ ਗਿਆ ਛਤਰੀ ਸ਼ਸਤਰਧਾਰੀ, ਫਿਰ ਉਹ ਛਤਰੀ ਹੁੰਦਾ। ਮਹਾਰਾਜ ਕਹਿੰਦੇ ਸਾਰਾ ਛਤਰੀਆਂ ਦਾ ਪੰਥ ਆ ਸਾਡਾ। ਤੇ ਪੰਡਤ ਜੀ ਸਾਡੇ ਇਸ ਪੰਥ ਨੇ ਤੁਹਾਡੇ ਤਿਲਕ ਜੰਜੂ ਦੀ ਵੀ ਰਾਖੀ ਕਰਨੀ ਹੈ। ਇਹਨਾਂ ਤੁਹਾਡਾ ਧਰਮ ਵੀ ਬਚਾਉਣਾ, ਤੁਹਾਡੀਆਂ ਬੋਦੀਆਂ ਵੀ ਬਚਾਉਣੀਆਂ। ਇਹਨਾਂ ਨੇ ਤੁਹਾਡੀਆਂ ਲੈ ਗਈਆਂ ਬਹੂ ਬੇਟੀਆਂ ਜਿਹੜੀਆਂ ਨਾਦਰ ਬਦਾਲੀ ਵਰਗੀਆਂ ਲਿਜਾਣੀਆਂ, ਇਹਨਾਂ ਛੁਡਾ ਛੁਡਾ ਤੁਹਾਡੇ ਘਰੇ ਪਹੁੰਚਾਉਣੀਆਂ। ਛਤਰੀ ਸਭਾ ਕ੍ਰਿਤ ਵਿਪਨ ਕੋ, ਇਨਹੂ ਪੈ ਕਟਾਚ ਕਿਰਪਾ ਕੈ ਨਿਹਾਰੋ। ਇਸ ਕਰਕੇ ਥੋੜੀ ਜੀ ਦਇਆ ਵਾਲੀ ਦ੍ਰਿਸ਼ਟੀ ਨਾਲ ਵੇਖੋ। ਇਹਨਾਂ ਨੂੰ ਤੁਸੀਂ ਆਪਣਾ ਦੁਸ਼ਮਣ ਨਾ ਸਮਝੋ। ਇਹਨਾਂ ਤੁਹਾਡੇ ਤਿਲਕ ਜੰਜੂ ਦੀ ਵੀ ਰਾਖੀ ਕਰਨੀ ਹੈ।
जुद जीते इन्हीं के प्रसाद। ਤੂੰ ਮੇਰੇ ਸਿੱਖਾਂ ਵੱਲ ਵੇਖ ਕੇ ਮਨ 'ਚ ਦਵੈਸ਼ ਰੱਖਦਾ, ਕੇਸ਼ੂ ਦਾਸ ਸੁਣ, ਮੇਰਾ ਇਹ ਜਿਹੜਾ ਸਿੱਖਾਂ ਦਾ ਪੰਥ ਹੈ, ਮੇਰਾ ਇਹ ਜਿਹੜਾ ਖਾਲਸਾ ਪੰਥ ਹੈ, ਮੈਂ ਜਿੰਨੇ ਯੁੱਧ ਹੁਣ ਤਾਈਂ ਜਿੱਤੇ ਨੇ ਇਹਨਾਂ ਦੀ ਕਿਰਪਾ ਨਾਲ ਜਿੱਤੇ ਹਨ। ਯੁੱਧ ਜਿੱਤੇ ਨਹੀਂ ਕੇ ਪ੍ਰਸਾਦ, ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਦਇਆ ਨਾਲ ਮੈਂ ਹੁਣ ਤਾਈਂ ਸਾਰੇ ਯੁੱਧ ਜਿੱਤੇ ਨੇ। ਇੰਨਾ ਮਾਣ ਦੁਨੀਆ ਦਾ ਕਿਸੇ ਰਹਿਬਰ ਨੇ, ਕਿਸੇ ਪੈਗੰਬਰ ਨੇ, ਕਿਸੇ ਅਵਤਾਰ ਨੇ ਆਪਣੇ ਅਨੁਯਾਈਆਂ ਨੂੰ ਨਹੀਂ ਦਿੱਤਾ ਜਿੰਨਾ ਮਾਣ ਗੁਰੂ ਕਲਗੀਧਰ ਨੇ ਆਪਣੇ ਖਾਲਸੇ ਪੰਥ ਨੂੰ ਬਖਸ਼ਿਆ ਹੈ। ਇਹਨਾਂ ਦੀ ਕਿਰਪਾ ਨਾਲ, ਮੇਰੇ ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਮੈਂ ਆਪਣੇ ਬਲ ਨਾਲ, ਕਹਿੰਦੇ ਆ ਮੇਰੇ ਪੰਥ ਦੀ ਕਿਰਪਾ ਨਾਲ, ਮੇਰੇ ਖਾਲਸੇ ਦੀ ਕਿਰਪਾ ਨਾਲ ਮੈਂ ਯੁੱਧ ਜਿੱਤਿਆ ਹਾਂ। कि नहीं के प्रसाद सो दान करे। ਮੈਂ ਜਿੰਨਾ ਦਾਨ ਕਰਦਾ ਨਾ, ਉਹ ਦਾਨ ਵੀ ਇਹਨਾਂ ਦੀ ਕਿਰਪਾ ਨਾਲ ਹੀ ਕਰਦਾ ਹਾਂ। ਜਿੰਨਾ ਦਾਨ ਕਰਦਾ ਉਹ ਵੀ ਇਹਨਾਂ ਦੀ ਕਿਰਪਾ ਨਾਲ। ਇਹ ਮਾਣ ਹੈ ਪੰਥ ਨੂੰ ਗੁਰੂ ਕਲਗੀਧਰ ਜੀ ਨੇ ਜਿਹੜਾ ਬਖਸ਼ਿਆ ਆਪਣੇ ਪੰਥ। ਤਦੇ ਤੇ ਕਹਿੰਦੇ ਪੰਥ ਵਸੇ ਮੈਂ ਉਜੜਾ, ਮਨ ਚਾਓ ਕਧੇਰਾ, ਪੰਥ ਵਸੇ ਮੈਂ ਉਜੜਾ। ਕਦੇ ਇਹੋ ਜਿਹੀ ਬਿਰਤੀ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ, ਮੈਂ ਜੇ ਦਾਨ ਵੀ ਕਰਦਾ ਹਾਂ ਤਾਂ ਇਹਨਾਂ ਦੀ ਕਿਰਪਾ ਨਾਲ। अग ओग टारे नहीं के प्रसाद। ਇਹਨਾਂ ਦੀ ਕਿਰਪਾ ਨਾਲ ਹੀ ਸਾਰੇ ਪਾਪ ਖਤਮ ਹੋ ਜਾਂਦੇ ਆ ਪੰਡਤ ਜੀ। ਜੇ ਪੰਥ ਕਿਰਪਾ ਕਰਦੇ ਨਾ, ਸਵੱਲੀ ਨਿਗਾਹ ਨਾਲ ਤੱਕ ਲੈ ਕਿਸੇ ਪਾਪੀ ਵੱਲ ਤੇ ਉਹਦੇ ਸਾਰੇ ਪਾਪ ਕੱਟੇ ਜਾਂਦੇ ਨੇ ਪੰਥ ਦੀ ਦਇਆ ਦ੍ਰਿਸ਼ਟੀ ਨਾਲ। ਇਹ ਗੁਰੂ ਦਾ ਪੰਥ ਹੈ, ਇਹ ਗੁਰੂ ਦਾ ਖਾਲਸਾ ਪੰਥ ਹੈ। ਇਸ ਪੰਥ ਦੀ ਦ੍ਰਿਸ਼ਟੀ ਨਾਲ, ਇਸ ਪੰਥ ਦੀ ਰਹਿਮ ਭਰੀ ਤੱਕਣੀ ਦੇ ਨਾਲ ਵੱਡੇ ਵੱਡੇ ਅੱਗ ਪਾਪ ਕੱਟੇ ਜਾਂਦੇ ਹਨ, ਨਿਰਵਿਰਤ ਹੋ ਜਾਂਦੇ ਨੇ। ਇਸ ਕਰਕੇ ਗੁਰਮੁਖੋ ਪੰਥ ਦੇ ਦਾਸ ਬਣ ਕੇ ਰਹਿਣਾ ਚਾਹੀਦਾ ਹੈ। ਮੈਂ ਸਾਰੇ ਪੰਥ ਦਾ ਦਾਸ ਹਾਂ। ਹਰ ਇੱਕ ਸਿੱਖ ਦੇ ਅੰਦਰ ਇਹੀ ਭਾਵ ਹੋਵੇ, ਭਾਵੇਂ ਕੋਈ ਪੰਥ ਦਾ ਆਗੂ ਵੀ ਬਣਾਇਆ ਜਾਏ, ਉਸ ਆਗੂ ਦੇ ਅੰਦਰ ਵੀ ਇਹੀ ਬਿਰਤੀ ਹੋਣੀ ਚਾਹੀਦੀ ਹੈ, ਮੈਂ ਗੁਰੂ ਖਾਲਸੇ ਪੰਥ ਦਾ ਦਾਸ ਹਾਂ, ਪੰਥ ਦਾ ਦਾਸ ਹਾਂ। ਜੇ ਕੋਈ ਆਗੂ ਵੀ ਬਣੇ ਪੰਥ ਦਾ, ਮੁਖੀਆ ਵੀ ਹੋਵੇ, ਜਥੇਦਾਰ ਵੀ ਹੋਵੇ, ਉਹਦੇ ਅੰਦਰ ਵੀ ਇਹੀ ਭਾਵ ਹੋਣਾ ਚਾਹੀਦਾ ਕਿ ਮੈਂ ਸਮੁੱਚੇ ਖਾਲਸੇ ਪੰਥ ਦਾ ਦਾਸ ਹਾਂ। ਕਹਿੰਦੇ ਆ ਨਵਾਬ ਕਪੂਰ ਸਿੰਘ ਸਾਹਿਬ, ਜੱਸਾ ਸਿੰਘ ਬੇਟਾ, ਇਸ ਪੰਥ ਦੀ ਕਿਰਪਾ ਨਾਲ ਜਿਨ੍ਹਾਂ ਦੇ ਘੋੜਿਆਂ ਦੀ ਮੈਂ ਲਿੱਦ ਚੁੱਕਦਾ ਸਾਂ, ਇਹਨਾਂ ਨੇ ਮੈਨੂੰ ਨਵਾਬੀਆਂ ਦਿੱਤੀਆਂ ਨੇ, ਇਹਨਾਂ ਦੀ ਕਿਰਪਾ ਨਾਲ ਮੈਨੂੰ ਨਵਾਬੀ ਮਿਲੀ ਹੈ। ਤੇ ਤੂੰ ਤਾਂ ਘੋੜਿਆਂ ਨੂੰ ਦਾਣਾ ਵੰਡਦਾ, ਤੈਨੂੰ ਇਹ ਪਾਤਸ਼ਾਹੀ ਬਖਸ਼ ਦੇਣਗੇ। ਮੇਰੇ ਇਹ ਗੁਰੂ ਦਾ ਪੰਥ ਹੈ, ਗੁਰੂ ਕਲਗੀਧਰ ਦਾ ਪੰਥ ਹੈ। ਇਸ ਪੰਥ ਦੇ ਵਿੱਚ ਨਵਾਬੀਆਂ ਦਿੰਦੇ ਵੇਖੇ ਜਾਂਦੇ ਨੇ। ਇਹ ਨਵਾਬੀਆਂ ਪਾਤਸ਼ਾਹੀਆਂ ਆਪਣੇ ਕੋਲ ਰੱਖਦੇ ਹਨ, ਇਹਨਾਂ ਦੀ ਕਿਰਪਾ ਨਾਲ ਇਹ ਪਾਤਸ਼ਾਹੀਆਂ ਹਨ। ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਮਹਿਲਾਂ ਦੇ ਆਲੇ ਦੁਆਲੇ ਖਾਲਸੇ ਦੀਆਂ ਫੌਜਾਂ ਤਿਆਰ ਬਰ ਤਿਆਰ ਰਹਿਣੀਆਂ। ਕਿਸੇ ਕਹਿਣਾ ਵੀ ਇਹ ਤੁਹਾਡੇ ਮਹਿਲ ਦੇ ਆਲੇ ਦੁਆਲੇ, ਕਹਿੰਦੇ ਇਹਨਾਂ ਦੀ ਕਿਰਪਾ ਨਾਲ ਤਾਂ ਮੇਰਾ ਰਾਜ ਹੈ, ਨਹੀਂ ਤਾਂ ਮੇਰੇ ਵਰਗੇ ਨੂੰ ਕੌਣ ਪੁੱਛਦਾ ਸੀ। ਇਹਨਾਂ ਦੀ ਦਇਆ ਨਾਲ, ਇਹਨਾਂ ਦੇ ਤਰਸ ਨਾਲ ਮੇਰਾ ਰਾਜ ਭਾਗ ਹੈ। ਕਲਗੀਧਰ ਜੀ ਇਹ ਮਾਣ ਦੇ ਰਹੇ ਨੇ, ਸਿੱਖਾਂ ਦੇ ਅੰਦਰ ਇਹ ਪ੍ਰਵਿਰਤੀ ਭਰ ਰਹੇ ਨੇ। ਕਹਿੰਦੇ ਮੇਰਾ ਪੰਥ, ਮੇਰਾ ਖਾਲਸਾ ਪੰਥ, ਜਿਨ੍ਹਾਂ ਦੀ ਦ੍ਰਿਸ਼ਟੀ 'ਚ ਪ੍ਰਮਾਤਮਾ ਦੀ ਸ਼ਕਤੀ ਵਸਦੀ ਹੈ, ਜਿਨ੍ਹਾਂ ਦੇ ਨੇਤਰਾਂ ਵਿੱਚ ਆਦਿ ਸ਼ਕਤੀ ਮਾਤਾ ਸਾਹਿਬਦੇਵਾਂ ਦੀ ਕਲਾ ਵਰਤਦੀ ਹੈ, ਕਲਗੀਧਰ ਪਿਤਾ ਦੀ ਕਲਾ ਵਰਤਦੀ ਹੈ। ਮੇਰਾ ਇਹ ਪੰਥ ਜਦੋਂ ਕਿਸੇ ਤੇ ਦਇਆ ਦ੍ਰਿਸ਼ਟੀ ਕਰਕੇ ਵੇਖ ਲੈਂਦਾ ਹੈ, ਉਹਦੇ ਅੱਗ, ਉਹਦੇ ਪਾਪ ਸਾਰੇ ਕੱਟੇ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਹਨ। इन्हीं की कृपा पुन ताम पारे। ਇਹਨਾਂ ਦੀ ਕਿਰਪਾ ਨਾਲ ਹੀ ਮੇਰੇ ਘਰ ਭਰੇ ਹੋਏ ਨੇ। ਜੇ ਮੇਰੇ ਘਰ ਭਰੇ ਹੋਏ ਨੇ ਤਾਂ ਇਹਨਾਂ ਦੀ ਕਿਰਪਾ ਨਾਲ। इन्हीं के प्रसाद सो विद्यालय। ਆਹਾ, ਕਹਿੰਦੇ ਮੈਂ ਇਹਨਾਂ ਦੀ ਕਿਰਪਾ ਨਾਲ ਵਿਦਿਆ ਲਈ ਹੈ। ਇੱਥੇ ਨਹੀਂ ਕਿਹਾ ਮੇਰੀ ਵਿਦਿਆ ਦਾ ਪ੍ਰਬੰਧ ਪਿਤਾ ਜੀ ਨੇ ਕੀਤਾ ਜਾਂ ਕਿਸੇ ਹੋਰ ਕੀਤਾ ਹੈ। ਕਹਿੰਦੇ ਮੇਰੀ ਵਿਦਿਆ ਵੀ ਮੈਂ ਇਹਨਾਂ ਦੀ ਕਿਰਪਾ ਨਾਲ ਲਈ ਹੈ। इन्हीं की कृपा सब शत्रु मारे। ਕਿਰਪਾ ਨਾਲ ਹੀ ਮੇਰੇ ਸਾਰੇ ਸ਼ਤਰੂ ਮਰੇ ਹਨ। इन्हीं की कृपा के सजे आम। ਇਹਨਾਂ ਮਾਣ, ਕਹਿੰਦੇ ਜੇ ਮੈਂ ਸਜਿਆ ਬੈਠਾ ਗੁਰੂ ਰੂਪ ਵਿੱਚ
ਤੇ ਉਹ ਵੀ ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੇ ਤਰਸ ਨਾਲ, ਇਹਨਾਂ ਦੀ ਕਿਰਪਾ ਨਾਲ ਮੈਂ ਸਜਿਆ ਹੋਇਆ। नहीं मोसे गरीब करोड़ पारे। ਨਹੀਂ ਕੋਈ ਬਾਜਾਂ ਵਰਗਾ, ਪਰ ਕਲਗੀਧਰ ਪਾਤਸ਼ਾਹ ਵਰਗਾ ਨਾ ਪਹਿਲਾਂ ਨਾ ਹੁਣ ਤੇ ਨਾ ਅੱਗੇ ਨੂੰ। ਇੰਨਾ ਮਾਣ, ਇੰਨੀ ਵਿਨਿਮਰਤਾ ਆਪਣੇ ਪੰਥ ਅੱਗੇ, ਆਪਣੇ ਖਾਲਸੇ ਅੱਗੇ, ਆਪਣੇ ਪੰਥ ਅੱਗੇ ਵਿਨਿਮਰਤਾ ਪ੍ਰਗਟ ਕਰਦੇ ਆ। ਕਹਿ ਰਹੇ ਨੇ ਪੰਡਤ ਨੂੰ, ਪੰਡਤ ਜੀ ਇਹਨਾਂ ਦੀ ਕਿਰਪਾ ਨਾਲ ਸਜਿਆ ਹਾਂ, ਨਹੀਂ ਤਾਂ ਮੇਰੇ ਵਰਗੇ ਤਾਂ ਕਰੋੜਾਂ ਹੀ ਹਨ। ਕਦੇ ਦਸਵੇਂ ਪਾਤਸ਼ਾਹ ਵਰਗਾ ਕੋਈ ਹੋਰ ਹੋ ਸਕਦਾ ਹੈ? ਗੁਰਦੇਵ ਕਹਿ ਰਹੇ ਨੇ ਮੇਰੇ ਵਰਗੇ ਤਾਂ ਕਰੋੜਾਂ ਹੀ ਹਨ, ਪਰ ਮੇਰੇ ਸਾਹਿਬ ਕਲਗੀਧਰ ਵਰਗਾ ਤਾਂ ਕੋਈ ਵੀ ਨਹੀਂ। ਇਹ ਸਿੱਖ ਦੀ ਭਾਵਨਾ ਹੈ। ਹਾਂਜੀ, सेवकारी इनाई की पावत। ਇਹਨਾਂ ਦੀ ਹੀ ਕੀਤੀ ਹੋਈ ਸੇਵਾ ਮੈਨੂੰ ਚੰਗੀ ਲੱਗਦੀ ਹੈ, ਜਿਹੜੀ ਮੇਰੇ ਖਾਲਸੇ ਦੀ ਸੇਵਾ ਹੈ। ਇਹ ਗੱਲ ਨੂੰ ਸਹੀ ਢੰਗ ਦੇ ਨਾਲ ਇਹਦੀ ਤਰਜਮਾਨੀ ਕਰਨ ਦੀ ਜ਼ਰੂਰਤ ਹੈ। ਸਿੱਖਾਂ ਕੋਲੋਂ ਦਸਵੰਧ ਦੀ ਮਾਇਆ ਲੈ ਕੇ, ਸਿੱਖਾਂ ਕੋਲੋਂ ਦਾਨ ਲੈ ਕੇ, ਤੇ ਆਪਣੇ ਸਿੱਖ ਪਰਿਵਾਰਾਂ ਦੇ ਵਿੱਚ ਜਿਹੜੇ ਲੋੜਵੰਦ ਨੇ ਉਹਨਾਂ ਦੀਆਂ ਲੋੜਾਂ ਪੂਰੀਆਂ ਨਾ ਕਰਦਿਆਂ ਹੋਇਆਂ ਅਨਮਤੀਆਂ ਨੂੰ ਜਾ ਕੇ ਸਿੱਖਾਂ ਦਾ ਪੈਸਾ ਖਵਾਉਣਾ, ਇਹ ਕਿੱਥੋਂ ਦੀ ਯੋਗਿਅਤਾ ਹੈ ਭਾਈ? ਵੀ ਜਦੋਂ ਮੇਰੇ ਪਰਿਵਾਰ ਦੇ ਜੀ ਭੁੱਖੇ ਮਰਦੇ ਹੋਣ ਤੇ ਮੈਂ ਬਾਹਰ ਦਾਨ ਕਰਨ ਵਾਸਤੇ ਟੁਰਿਆ ਹੋਵਾਂ, ਮੇਰੇ ਦਾਨ ਨੂੰ ਲਾਹਨਤ ਨਹੀਂ? ਸੇਵਾ ਖਾਲਸੇ ਪੰਥ ਦੀ ਕੀਤੀ ਹੋਈ। ਪਹਿਲਾਂ ਆਪ ਸક્ષਮ ਹੋ ਜਾਓ। ਜਦੋਂ ਆਪ ਸક્ષਮ ਹੋ ਜਾਓ, ਇੱਕ ਬਾਬਾ ਸਾਧੂ ਸਿੰਘ ਜੀ ਸਨ, ਆਗਰੇ ਗੁਰੂ ਕਾ ਤਾਲ ਸਥਾਨ, ਉੱਥੋਂ ਦੀ ਕਾਰ ਸੇਵਾ ਉੱਥੋਂ ਦੇ ਨਗਰ ਨਿਵਾਸੀਆਂ ਨੂੰ ਉਹਨਾਂ ਨੂੰ ਦਿੱਤੀ। ਉਹ ਕਹਿੰਦੇ ਜੀ ਸੇਵਾ ਕਰਾਓ। ਕਹਿੰਦੇ ਉਹਨੇ ਬਚਨ ਕਿਹਾ ਬੜਾ ਸੁੰਦਰ। ਉਹ ਕਹਿੰਦੇ ਪਹਿਲਾਂ ਖਾਵਾਂਗੇ, ਉਸ ਤੋਂ ਬਾਅਦ ਬਚਿਆ ਤੇ ਫਿਰ ਖਵਾਵਾਂਗੇ, ਖਵਾਉਣ ਤੋਂ ਬਾਅਦ ਬਚਿਆ ਤੇ ਫਿਰ ਉੱਤੇ ਲਾਵਾਂਗੇ, ਇਮਾਰਤ ਬਣਾਵਾਂਗੇ। ਗੱਲ ਸਹੀ ਸੀ ਵੀ ਪਹਿਲਾਂ ਆਪ ਸક્ષਮ ਹੋ ਜਾਈਏ, ਫਿਰ ਆਪ ਜਦੋਂ ਮੰਨ ਲਿਆ ਵੀ ਆਪ ਸਾਡਾ ਪਰਿਵਾਰ ਸਾਰਾ ਹੁਣ ਇਕਜੁੱਟ ਹੈ, ਫਿਰ ਅੱਗੇ ਟੁਰ ਪਓ ਦੂਜਿਆਂ ਵਾਲੇ ਪਾਸੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਖਾਲਸੇ ਪੰਥ ਦੀ ਸੇਵਾ ਕੀਤੀ ਹੀ ਮੈਨੂੰ ਪਾਉਂਦੀ ਹੈ। ਔਰ ਕੀ ਸੇਵ ਸੁਹਾਤ ਨਾ ਜੀ ਕੋ। ਆਹਾ, ਕਹਿੰਦੇ ਮੇਰੇ ਸਿੱਖਾਂ ਨੂੰ ਛੱਡ ਕੇ ਵੀ ਇਧਰ ਸਿੱਖ ਭੁੱਖੇ ਮਰਦੇ ਹੋਣ, ਉਹਨਾਂ ਨੂੰ ਛੱਡ ਕੇ ਬਾਹਰ ਹੋਰ ਮਤਾਂ ਦੇ ਲੋਕਾਂ ਨੂੰ ਕੋਈ ਦਵੈਸ਼ ਨਹੀਂ ਹੈ ਗੁਰੂ ਸਾਹਿਬ ਦੀ ਕਿਸੇ ਪ੍ਰਤੀ, ਈਰਖਾ ਨਹੀਂ ਹੈ ਮੇਰੇ ਸਤਿਗੁਰਾਂ ਦੀ ਕਿਸੇ ਪ੍ਰਤੀ। ਮੇਰੇ ਸਤਿਗੁਰਾਂ ਦਾ ਆਪਣੇ ਸਿੱਖਾਂ ਪ੍ਰਤੀ ਪ੍ਰੇਮ ਹੈ, ਜਿਹੜਾ ਗੁਰਦੇਵ ਆਪਣੇ ਸਿੱਖਾਂ ਅੰਦਰ ਭਰਨਾ ਚਾਹੁੰਦੇ ਨੇ। ਕਿ ਸਿੱਖ ਨੂੰ ਭੁੱਖਾ ਮਰਦਾ ਛੱਡ ਕੇ ਹੋਰ ਪਾਸੇ ਟੁਰਿਆ ਹੋਵੇ, ਕੀ ਯੋਗ ਹੈ? ਨਹੀਂ। ਕਹਿੰਦੇ ਹੋਰ ਦੀ ਸੇਵਾ ਫਿਰ ਮੈਨੂੰ ਨਹੀਂ ਚੰਗੀ ਲੱਗਣੀ, ਪਹਿਲਾਂ ਮੇਰੇ ਸਿੱਖਾਂ ਦੀ ਸੇਵਾ, ਮੇਰੇ ਖਾਲਸੇ ਦੀ ਸੇਵਾ। दान दियो इन्हीं को पालो और आन को दान ना लागत नीको। ਇਹਨਾਂ ਨੂੰ ਦਿੱਤਾ ਹੋਇਆ ਦਾਨ ਹੀ ਮੈਨੂੰ ਚੰਗਾ ਲੱਗਦਾ, ਜਿਹੜਾ ਮੇਰੇ ਖਾਲਸੇ ਨੂੰ ਦਿੱਤਾ ਹੁੰਦਾ। ਇਹ ਤੁਹਾਡੇ ਦਿੱਤੇ ਹੋਏ ਦਾਨ ਦੀ ਕਦਰ ਵੀ ਕਰਨਗੇ ਵੀ ਸਾਡੀ ਸਿੱਖਾਂ ਨੇ, ਸਾਡੇ ਵੱਡੇ ਭਰਾਵਾਂ ਨੇ ਸਾਡੀ ਬਾਤ ਪੁੱਛੀ ਹੈ। ਜਿਹੜੇ ਸક્ષਮ ਨੇ ਤੇ ਜਿਨ੍ਹਾਂ ਨੂੰ ਦਾਨ ਕਰਦੇ ਰਹੇ ਆ ਪਿਛਲੇ ਦਿਨਾਂ 'ਚ, ਉਹ ਤਾਂ ਇਹ ਵੀ ਕਹਿਣ ਲੱਗ ਪਏ ਵੀ ਗੁਰਦੁਆਰੇ ਦੀ ਆ ਦਾਲ ਲੰਗਰ ਖਾ ਕੇ ਸਾਡੇ ਪੇਟ ਖਰਾਬ ਹੋ ਗਏ ਨੇ, ਕੋਈ ਮਾੜਾ ਮੋਟਾ ਮੀਟ ਮੂਟ ਜਿਹਾ ਹੋਵੇ ਬਣਾ ਕੇ ਉਹ ਵੀ ਵੰਡਿਆ ਕਰੋ। ਉਹ ਤੁਹਾਡੇ ਦਿੱਤੇ ਦਾਨ ਨੂੰ ਏਦਾਂ ਸਮਝਦੇ ਆ ਕਿ ਉਹਨਾਂ ਦੇ ਅੰਦਰ ਕੋਈ ਭਾਵ ਸੀ। ਮੈਂ ਈਰਖਾ ਵਸ ਹੋ ਕੇ ਨਹੀਂ ਇਹ ਬਾਤ ਕਰਦਾ, ਪਰ ਇਹ ਗੱਲਾਂ ਵਿਚਾਰਨ ਯੋਗ ਹਨ। ਤੋ ਇੱਥੇ ਮਹਾਰਾਜ ਜੀ ਕਹਿ ਰਹੇ ਨੇ ਮੇਰੇ ਖਾਲਸੇ ਨੂੰ ਦਿੱਤਾ ਹੋਇਆ ਦਾਨ ਹੀ ਮੈਨੂੰ ਭਾਉਂਦਾ। ਕਿਸੇ ਨੂੰ ਤੁਸੀਂ ਐਸੇ ਬੰਦੇ ਨੂੰ ਦਾਨ ਦੇ ਦਿਓ, ਤੁਹਾਡਾ ਦਿੱਤਾ ਹੋਇਆ ਦਾਨ ਲੈ ਕੇ ਪੈਸੇ ਲੈ ਕੇ ਤੰਬਾਕੂ ਖਰੀਦ ਕੇ ਖਾਂਦਾ ਹੋਵੇ, ਦੱਸੋ ਫਿਰ ਤੁਹਾਡਾ ਦਿੱਤਾ ਹੋਇਆ ਦਾਨ ਤਾਂ ਫਿਰ ਕਲਰ 'ਚ ਹੀ ਬੀਜਿਆ ਗਿਆ ਨਾ। ਤੁਹਾਡੇ ਹੱਕ ਹਲਾਲ ਦੀ ਕਮਾਈ ਦੇ ਪੈਸਿਆਂ ਦਾ ਕੋਈ ਜਗਤ ਝੂਠ ਲੈ ਕੇ ਤੰਬਾਕੂ ਦੀ ਵਰਤੋਂ ਕਰੇ, ਫਿਰ ਕੀ ਫਾਇਦਾ ਦਾਨ ਦਾ ਭਾਈ? ਜਿੱਥੇ ਗਲਤ ਵਰਤੋਂ ਹੋਵੇ। ਦਾਨ ਦਿਓ ਇਨਹੀਂ ਕੋ ਭਲੋ, ਗੁਰੂ ਖਾਲਸੇ ਨੂੰ ਦਿੱਤਾ ਹੋਇਆ ਦਾਨ, ਸਤਿਗੁਰਾਂ ਦੇ ਖਾਲਸੇ ਨੂੰ, ਪੰਥ ਨੂੰ ਦਿੱਤਾ ਹੋਇਆ ਦਾਨ, ਮਹਾਰਾਜ ਜੀ ਕਹਿੰਦੇ ਉਹੀ ਮੈਨੂੰ ਭਾਉਂਦਾ, ਕਿਸੇ ਹੋਰ ਨੂੰ ਦਿੱਤਾ ਦਾਨ ਮੈਨੂੰ ਚੰਗਾ ਨਹੀਂ ਲੱਗਦਾ। आगे फले इन्हीं को दयो। ਜੇ ਅੱਗੇ ਵੀ ਫਲੀਭੂਤ ਹੋਣਾ ਦਾਨ, ਤਾਂ ਇਹਨਾਂ ਨੂੰ ਦਿੱਤਾ ਹੋਇਆ ਫਲੀਭੂਤ ਹੋਣਾ। जग में जस और दयो सब पीको। ਆਵਾ ਖੱਟਣ ਲਈ ਲੋਕਾਂ ਦੇ ਵਿੱਚ, ਦੁਨੀਆ ਨੂੰ, ਲੋਕਾਂ ਨੂੰ, ਹੋਰਾਂ ਨੂੰ ਦਾਨ ਦਿੱਤਾ ਹੋਇਆ, ਕਹਿੰਦੇ ਉਹ ਸਾਰਾ ਫਿੱਕਾ ਮੇਰੇ ਸਾਹਮਣੇ। ਵੀ ਵਾਹਵਾ ਖੱਟਣ ਵਾਸਤੇ ਲੋਕਾਂ ਨੂੰ, ਹੋਰਾਂ ਨੂੰ ਦਾਨ ਕਰੀ ਜਾਣਾ ਵੀ ਵਾਹਵਾ ਹੋਵੇਗੀ,
ਕਹਿੰਦੇ ਉਸ ਜਸ ਨੂੰ ਅਸੀਂ ਫਿੱਕਾ ਸਮਝਦੇ ਹਾਂ ਕਿ ਖਾਲਸੇ ਨੂੰ ਦਿੱਤਾ ਹੋਇਆ ਹੀ ਦਾਨ ਫਲੀਭੂਤ ਹੋਵੇਗਾ। ਮੋਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲੋ ਤਨ ਹੈ ਸਭ ਹੀ ਇਨਹੀ ਕੋ। ਦਾਸ ਜੀ ਮੇਰੇ ਘਰ ਵਿੱਚ ਜੋ ਕੁਝ ਵੀ ਹੈ ਮੇਰੇ ਮਨ ਕਰਕੇ ਤਨ ਕਰਕੇ ਧਨ ਕਰਕੇ ਜੋ ਕੁਝ ਵੀ ਹੈ ਮੇਰੇ ਘਰ ਵਿੱਚ ਸਭ ਕੁਝ ਇਹਨਾਂ ਦਾ ਹੀ ਹੈ। ਉਹਦੇ ਬਚਨ ਚਮਕੌਰ ਦੀ ਗੜੀ ਵਿੱਚ ਆ ਕੇ ਗੁਰਦੇਵ ਨੇ ਪੂਰਨ ਤੌਰ ਤੇ ਸਫਲਾ ਕਰ ਦਿੱਤਾ ਜਦੋਂ ਆਪਣੇ ਸੀਸ ਦੀ ਕਲਗੀ ਤੇ ਗਾਤਰੇ ਦੀ ਸ਼੍ਰੀ ਸਾਹਿਬ ਲਾ ਕੇ ਵੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਕੇ ਆ ਕੇ ਆਖਿਆ ਮੇਰਾ ਸਭ ਕੁਝ ਖਾਲਸੇ ਦਾ ਹੋ ਗਿਆ, ਮੇਰਾ ਸਭ ਕੁਝ ਪੰਥ ਦਾ ਹੋ ਗਿਆ। ਹਾਂਜੀ, ਦੋਹਰਾ ਚਟਪਟਾਏ ਚਿਤ ਮੈਂ ਜਰਿਓ ਤ੍ਰਿਣ ਜੋ ਕ੍ਰੋਧਿਤ ਹੋਏ। ਸੁਣ ਕੇ ਇੱਕ ਵਾਰੀ ਪੰਡਤ ਜੀ ਕਹਿੰਦੇ ਏਦਾਂ ਚਟਪਟਾਏ, ਇੱਥੇ ਮੱਧ ਲੱਗਦਾ ਦਸਮ ਗ੍ਰੰਥ ਸਾਹਿਬ ਦਾ, ਜਿਵੇਂ ਆਦ ਪੂਰਨ ਮੱਧ ਪੂਰਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੱਧ ਲੱਗਦਾ, ਇਸ ਦੋਹਰੇ ਤੇ ਦਸਮ ਗ੍ਰੰਥ ਸਾਹਿਬ ਦਾ ਮੱਧ ਲੱਗਦਾ ਪਾਠ ਕਰਦੇ। ਚਟਪਟਾਏ ਚਿਤ ਮੈਂ ਜਰਿਓ, ਸੜ ਗਿਆ ਇੱਕਦਮ ਚੜ, ਜਿਵੇਂ ਤਿਣ ਨਹੀਂ ਘਾਹ ਨਾ ਕਿਣਕਾ ਨਹੀਂ ਸੜਦਾ, ਏਦਾਂ ਕਹਿੰਦੇ ਸੜ ਗਿਆ ਗੁੱਸੇ ਨਾਲ। ਖੋਜ ਰੋਜ ਕੇ ਹੇਤ ਲਦ ਦਇਓ ਮਿਸਰ ਜੂਏ। ਮਿਸਰ ਜੀ ਨੇ ਵੇਖਿਆ ਵੀ ਜਿਹੜਾ ਸਾਡਾ ਰੋਜ਼ ਦਾ ਰੋਜ਼ੀਨਾ ਮਿਲਦਾ ਸੀ ਚਲੋ ਇੱਥੋਂ, ਉਹ ਹੁਣ ਜਾਂਦਾ ਰਿਹਾ ਰੋਜ਼ਗਾਰ ਦਾ, ਉਹ ਜਾਂਦਾ ਰਿਹਾ, ਇਸ ਕਰਕੇ ਰੋ ਪਿਆ। ਪਰ ਇਹਨੂੰ ਸਮਝ ਵੀ ਆ ਗਈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਪੰਥ ਦੇ ਵਿੱਚ ਵਰਤ ਰਹੇ ਨੇ ਤੇ ਪੰਥ ਤੇ ਹੀ ਕਿਰਪਾ ਕਰ ਰਹੇ ਨੇ। ਚੌਪਾਈ ਸਾਦਰ ਬੌਰ ਆਰ ਖਵਈਆ, ਪੰਡਤ ਜੀ ਨੂੰ ਭੋਜਨ ਛਕਾਇਆ, ਦਖਨਾ ਲੱਛ 125 ਰੁਪਈਆ। ਕਹਿੰਦੇ ਇਹਨੂੰ ਥੋੜਾ ਬਹੁਤਾ ਦਾਨ ਦਕਸ਼ਿਣਾ ਵੀ ਦਿੱਤਾ। ਦਰਬ ਪਟਿਓ ਸਭ ਆਪਣੇ ਧਾਮ। ਇਹ ਗੁਰੂ ਸਾਹਿਬ ਜੀ ਤੋਂ ਪ੍ਰਭਾਵਿਤ ਹੋਇਆ ਜੋ, ਕਿਉਂਕਿ ਇਹਨਾਂ ਦੀ ਰੋਜ਼ਗਾਰ ਵੀ ਇੱਥੇ ਹੀ ਚੱਲਦੀ ਹੈ, ਉਹ ਘਰ ਭੇਜਿਆ ਧਨ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ। ਰਹਿਓ ਕੁਚਕ ਗੁਰ ਢਿਦ ਬਿਸਰਾਮ। ਉਹ ਦਿਨ ਸਤਿਗੁਰਾਂ ਕੋਲ ਰਹਿ ਕੇ ਮਹਾਰਾਜ ਜੀ ਦੀ ਸੰਗਤ ਕਰਦਾ ਰਿਹਾ। ਪੁੰਨ ਵਾਰ ਲੈ ਬੇ ਤੇ ਉਚਾਰਾ। ਇੰਨਾ ਪ੍ਰਭਾਵਿਤ ਹੋਇਆ ਇਹ ਪੰਡਤ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਸਤਿਗੁਰਾਂ ਕੋਲੋਂ ਵਰ ਮੰਗਣ ਲੱਗਾ। ਸ਼੍ਰੀ ਗੁਰੂ ਜੀ ਓਏ ਪੰਥ ਤੁਮਾਰਾ। ਜਦੋਂ ਆਪ ਜੀ ਦਾ ਪੰਥ ਪ੍ਰਤਾਪੀ ਹੋਵੇ, ਆਪ ਜੀ ਦੇ ਪੰਥ ਦਾ ਰਾਜ ਹੋਵੇ, ਕਰੇ ਜੰਗ ਤੁਰਕਨ ਕੋ ਮਾਰੈ। ਤੁਰਕਾਂ ਮਲੇਛਾਂ ਦਾ ਜੰਗ ਹੋਵੇਗਾ ਇਹਨਾਂ ਦਾ ਪੰਥ ਨਾਲ, ਤੇ ਮਲੇਛਾਂ ਨੂੰ ਇਹ ਮਾਰਨਗੇ। ਜੇ ਪਾਏ ਸਭ ਵਸਤ ਸੰਭਾਰੇ। ਜਦੋਂ ਆਪ ਜੀ ਦਾ ਪੰਥ ਪ੍ਰਤਾਪੀ ਹੋ ਕੇ ਰਾਜ ਭਾਗ ਨੂੰ ਪ੍ਰਾਪਤ ਹੋ ਜਾਵੇ, ਅਵਨੀ ਰਾਜ ਕਰੇ ਬਹੁ ਤੇਰਾ। ਸਾਰੀ ਧਰਤੀ ਤੇ ਰਾਜ ਕਰਨਗੇ। ਦਿਨ ਮੈਂ ਜਨਮ ਹੋਏ ਪੁੰਨ ਮੇਰਾ। ਮੇਰੇ ਤੇ ਕਿਰਪਾ ਕਰੋ ਮੇਰਾ ਅਗਲਾ ਜਨਮ ਵੀ ਆਪ ਜੀ ਦੇ ਖਾਲਸੇ ਦੇ ਘਰ, ਸਿੰਘਾਂ ਦੇ ਘਰ 'ਚ ਹੋਵੇ, ਇਹ ਮੇਰੀ ਬੇਨਤੀ ਹੈ। ਗੁਰਦੇਵ ਨੇ ਆਖਿਆ ਐਸਾ ਹੀ ਹੋਵੇਗਾ। ਇਹ ਬਚਨ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕਲਗੀਧਰ ਪਾਤਸ਼ਾਹ ਜੀ ਦਾ ਇਹ ਪਵਿੱਤਰ ਪਾਵਨ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ।